ਧੰਨ ਵਾਹਿਗੁਰੂ ਸਾਹਿਬ ਜੀ। ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮ ਧੇਨ ਬਸ ਜਾ ਕੇ। ਚਾਰ ਪਦਾਰਥ ਅਸ਼ਟ ਦਸਾ ਸਿਧ, ਨਾਮ ਨਿਧ ਕਰ ਤਲ ਤਾਕੇ। ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮ ਧੇਨ ਬਸ ਜਾ ਕੇ। ਚਾਰ ਪਦਾਰਥ ਅਸ਼ਟ ਦਸਾ ਸਿਧ, ਨਾਮ ਨਿਧ ਕਰ ਤਲ ਤਾਕੇ। ਹਰ 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 ਨਾ ਜਪਹਿ ਰਸਨਾ, ਅਵਰ ਸਭ ਤਿਆਗ ਬਚਨ ਰਚਨਾ। ਰਹਾਉ ਨਾਨਾ ਖਿਆਨ ਪੁਰਾਨ ਵੇਦ ਵਿਦ, 34 ਅੱਖਰ ਮਾਹੀ। ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ। ਸਹਜ ਸਮਾਧ ਉਪਾਦ ਰਹਿਤ ਫੁਨ, ਵੱਡੈ ਭਾਗ ਲਿਵ ਲਾਗੀ। ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ, ਜਨਮ ਮਰਨ ਭੈ ਭਾਗੀ। ਸਹਜ ਸਮਾਧ ਉਪਾਦ ਰਹਿਤ ਫੁਨ, ਵੱਡੈ ਭਾਗ ਲਿਵ ਲਾਗੀ। ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ, ਜਨਮ ਮਰਨ ਭੈ ਭਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਬੜੇ ਪ੍ਰੇਮ ਸਹਿਤ ਆਪ ਜੀ ਨੇ ਗੁਰਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਬਾਬਾ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 658 ਉੱਤੇ ਰਾਗ ਸੋਰਠ ਦੀ ਭਗਤ ਬਾਣੀ ਦੇ ਵਿੱਚ ਦਰਜ ਹੈ, ਪਾਠ ਦੇ ਰੂਪ ਵਿੱਚ ਆਪ ਜੀ ਨੇ ਦਾਸ ਪਾਸੋਂ ਸ਼ਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੁਝ ਸ਼ਬਦ ਐਸੇ ਹਨ ਜਿਹੜੇ 2 ਵਾਰ ਵੀ ਦਰਜ ਹਨ। ਸੋਦਰ ਦਾ ਸ਼ਬਦ 3 ਵਾਰ ਦਰਜ ਹੈ, ਸੋ ਪੁਰਖ ਦਾ 2 ਵਾਰ ਦਰਜ ਹੈ। ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜਿਹੜੇ 2-2 ਵਾਰ ਦਰਜ ਨੇ। ਉਦਾਹਰਣ ਵਜੋਂ ਜਿਹੜਾ ਅਸੀਂ ਸ਼ਲੋਕ ਜਪ ਬਾਣੀ ਦੀ ਅਖੀਰ ਤੇ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ, ਇਹ ਸ਼ਲੋਕ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰ ਦਰਜ ਹੈ। ਔਰ ਸਤਿਗੁਰੂ ਦੀ ਪਾਵਨ ਬਾਣੀ ਨੂੰ ਜਿਸ ਵੇਲੇ ਪੜ੍ਹੀਏ,
ਜਿਹੜਾ ਸ਼ਬਦ ਦੂਸਰੀ ਵਾਰ ਦਰਜ ਹੋਇਆ ਉਹਦੇ ਵਿੱਚ ਕਿਤੇ ਨਾ ਕਿਤੇ ਲਗ ਮਾਤਰ ਦਾ ਜ਼ਰੂਰ ਫਰਕ ਆਇਆ। ਤੁਸੀਂ ਸੋਦਰ ਦਾ ਸ਼ਬਦ ਜਿਹੜਾ 3 ਵਾਰ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹਨੂੰ ਪੜ੍ਹੋ, ਤਿੰਨਾਂ ਵਿੱਚ ਹੀ ਲਗ ਮਾਤਰ ਦਾ ਫਰਕ ਹੈ। ਸੋ ਪੁਰਖ ਦਾ ਜਿਹੜਾ ਸ਼ਬਦ ਹੈ ਉਹਨੂੰ ਦੇ ਤੁਸੀਂ ਦੂਸਰੀ ਵਾਰ ਤੇ ਪਹਿਲੀ ਵਾਰ ਦਾ ਮੁਲਾਂਕਣ ਕਰਕੇ ਪੜ੍ਹੋ ਤਾਂ ਦੋਵਾਂ ਦੇ ਵਿੱਚ ਹੀ ਲਗ ਮਾਤਰ ਦਾ ਬਹੁਤ ਵੱਡਾ ਅੰਤਰ ਮਿਲੇਗਾ। ਇਹ ਕਹਿਣ ਤੋਂ ਮੇਰਾ ਭਾਵ ਕੇਵਲ ਇੰਨਾ ਹੈ ਕਿ ਜਿਸ ਸ਼ਬਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ, ਚਾਰ ਪਦਾਰਥ ਅਸ਼ਟ ਦਸਾ ਸਿੱਧ ਨਵ ਨਿਧ ਕਰ ਤਲ ਤਾਕੇ। ਇਹ ਮੁਬਾਰਕ ਸ਼ਬਦ ਬਾਬਾ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਤੇ ਸੋਰਠ ਰਾਗ ਦੇ ਵਿੱਚੋਂ ਮੈਂ ਆਪ ਜੀ ਦੇ ਨਾਲ ਇਹ ਪਾਠ ਸਾਂਝਾ ਕਰ ਰਿਹਾ। ਇਹੀ ਸ਼ਬਦ ਰਾਗ ਮਾਰੂ ਦੇ ਵਿੱਚ ਭਗਤ ਰਵਿਦਾਸ ਜੀ ਦਾ ਫਿਰ ਦਰਜ ਹੈ, ਯਾਨੀ ਕਿ 2 ਵਾਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਮਾਰੂ ਦੇ ਵਿੱਚ ਜਾ ਕੇ ਆਉਂਦਾ ਹੈ। ਉੱਥੇ ਇਸ ਦਾ ਲਗ ਮਾਤਰ ਦਾ ਫਰਕ ਹੈ। ਨਵ ਨਿਧ ਕਰ ਤਲ ਤਾਕੇ ਰੇ, ਇੱਥੇ ਜਦੋਂ ਸ਼ਬਦ ਆਉਂਦਾ ਰਹਾਉ ਦਾ ਹਰ 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 ਨਾ ਜਪੈ ਰਸਨਾ, ਉੱਥੇ ਆਏਗਾ ਜਪਸ ਰਸਨਾ। ਇਵੇਂ ਲਗ ਮਾਤਰ ਦਾ ਫਰਕ ਪਾ ਕੇ ਸ਼ਬਦ 2 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਸ ਸ਼ਬਦ ਦੇ ਮੂਲ ਨੂੰ ਸਮਝਣ ਤੋਂ ਪਹਿਲਾਂ ਥੋੜਾ ਜਿਹਾ ਅਸੀਂ ਇਸ ਦੇ ਪਿਛੋਕੜ ਨੂੰ ਸਮਝ ਲਈਏ। ਬਾਬਾ ਰਵਿਦਾਸ ਸਾਹਿਬ ਕਾਂਸ਼ੀ ਦੇ ਨੇੜੇ, ਬਨਾਰਸ ਦੇ ਨੇੜੇ ਇੱਕ ਛੋਟੇ ਜਿਹੇ ਨਗਰ ਵਿੱਚ ਰਹਿੰਦੇ ਸਨ। ਆਪਾਂ ਵੇਖਦੇ ਹਾਂ ਕਈ ਪਿੰਡ ਸ਼ਹਿਰਾਂ ਦੇ ਬਿਲਕੁਲ ਨੇੜੇ ਜੇ ਹੁੰਦੇ ਤੇ ਪਿੰਡਾਂ ਦੇ ਲੋਕਾਂ ਦਾ ਗੁਜ਼ਾਰਾ ਜਿਹੜਾ ਉਹ ਸ਼ਹਿਰ ਦੇ ਉੱਤੇ ਨਿਰਭਰ ਕਰਦਾ ਹੁੰਦਾ ਹੈ ਵੀ ਸ਼ਹਿਰ ਦੇ ਨਾਲ ਜੁੜੇ ਹੋਣ ਕਰਕੇ ਉਹਨਾਂ ਦੀ ਕਿਰਤ ਕਮਾਈ, ਉਹਨਾਂ ਦਾ ਰੁਜ਼ਗਾਰ ਜਿਹੜਾ ਉਹ ਫਿਰ ਸ਼ਹਿਰ ਦੇ ਲੋਕਾਂ ਦੇ ਉੱਤੇ ਡਿਪੈਂਡ ਹੁੰਦਾ। ਕਾਂਸ਼ੀ ਬਨਾਰਸ ਨੂੰ ਪੁਰਾਣਕ ਮਤ ਵਿੱਚ, ਬ੍ਰਾਹਮਣੀ ਮਤ ਵਿੱਚ 7 ਪਵਿੱਤਰ ਨਗਰੀਆਂ ਮੰਨੀਆਂ ਗਈਆਂ ਨੇ। ਉਹਦੇ ਵਿੱਚੋਂ ਇੱਕ ਅਯੁੱਧਿਆ ਹੈ ਤੇ ਉਹਦੇ ਵਿੱਚ ਦੂਜੀ ਉਜੈਨ ਹੈ। ਇਸ ਤਰ੍ਹਾਂ ਕੁੱਲ 7 ਨਗਰੀਆਂ ਦੇ ਵਿੱਚੋਂ ਇੱਕ ਪਵਿੱਤਰ ਨਗਰੀ ਹੈ ਬਨਾਰਸ, ਕਾਂਸ਼ੀ। ਇਸ ਨੂੰ ਸ਼ਿਵਪੁਰੀ ਵੀ ਕਹਿੰਦੇ ਨੇ। ਸ਼ਿਵਪੁਰੀ ਇਸ ਕਰਕੇ ਕਹਿੰਦੇ ਨੇ ਵੀ ਪੁਰਾਣਾਂ ਦੇ ਵਿੱਚ ਇਹ ਕਥਾ ਹੈ ਵੀ ਕਾਂਸ਼ੀ ਨੂੰ, ਬਨਾਰਸ ਨੂੰ ਇਹ ਵਰਦਾਨ ਮਿਲਿਆ ਹੈ ਸ਼ਿਵ ਦਾ ਕਿ ਜਿਹੜਾ ਬੰਦਾ ਇੱਥੇ ਆ ਕੇ ਪ੍ਰਾਣ ਤਿਆਗੇਗਾ ਉਸ ਨੂੰ ਸਵਰਗ ਮਿਲੇਗਾ, ਮੁਕਤੀ ਮਿਲੇਗੀ। ਇਹ ਪੁਰਾਣਾਂ ਦੇ ਲਿਖਾਰੀਆਂ ਨੇ ਇਹ ਕਥਾ ਲਿਖੀ ਹੈ। ਹੁਣ ਇਹ ਕਥਾ ਨੂੰ ਸਦੀਆਂ ਤਲਕ ਪੁਜਾਰੀਆਂ ਨੇ ਪ੍ਰਚਾਰਿਆ, ਸੁਣਾਇਆ ਹੈ ਤੇ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਬਹਿ ਗਈ। ਇਸ ਕਰਕੇ ਕੀ ਹੋਇਆ ਵੀ ਲੋਕ ਆਪਣਾ ਆਖਰੀ ਸਮਾਂ ਜਿਹੜਾ ਸੀ, ਜਦੋਂ ਬੁਢੇਪਾ, ਸਰੀਰ ਕਮਜ਼ੋਰ ਹੋ ਜਾਂਦਾ ਤਾਂ ਬੱਚਿਆਂ ਨੂੰ ਕਹਿੰਦੇ ਵੀ ਸਾਨੂੰ ਉੱਥੇ ਛੱਡ ਦਿਓ, ਕੀ ਪਤਾ ਕਿਹੜੇ ਵੇਲੇ ਸਵਾਸ ਨਿਕਲ ਜਾਣ। ਵੈਸੇ ਤੇ ਜ਼ਿੰਦਗੀ ਦਾ ਕਦੇ ਵੀ ਭਰੋਸਾ ਨਹੀਂ, ਪਰ ਕਿਉਂਕਿ ਹੁਣ ਉਮਰ ਦਾ ਆਖਰੀ ਵਕਤ ਹੈ ਤੇ ਓੜਕ ਨੂੰ ਮੌਤ ਆਉਣੀ, ਅੱਜ ਨਾ ਆਈ ਕੱਲ ਆ ਜਾਏਗੀ ਤੇ ਚੰਗਾ ਹੋਵੇ ਜੇ ਸਾਨੂੰ ਸਵਰਗ ਤੇ ਮੁਕਤੀ ਵੀ ਮਿਲ ਜਾਏ, ਜੇ ਸਾਡੇ ਪ੍ਰਾਣ ਕਾਂਸ਼ੀ ਨਿਕਲ ਜਾਣ ਤਾਂ। ਪਰ ਪੁਜਾਰੀਆਂ ਨੂੰ ਪੁੱਛਿਆ ਗਿਆ ਵੀ ਜੇ ਕੋਈ ਬੰਦਾ ਕਾਂਸ਼ੀ ਵਿੱਚ ਆ ਕੇ ਨਾ ਮਰ ਸਕੇ ਤੇ ਉਹਦਾ ਕੀ ਹੱਲ ਹੈ। ਤੇ ਜਿਵੇਂ ਕੰਪਨੀ ਆਪਣਾ ਸਮਾਨ ਵੇਚਦੀ ਹੈ ਨਾ ਤੇ ਉਹਦੀਆਂ ਰੇਟ ਲਿਸਟਾਂ ਵੀ ਵੱਖਰੀਆਂ ਹੁੰਦੀਆਂ ਨੇ। ਜੇ ਤੁਸੀਂ ਆਹ ਲੈ ਲਓ A ਕਲਾਸ, B ਕਲਾਸ, C ਕਲਾਸ, ਉਹਨਾਂ ਨੇ ਵੀ ਆਪਸ਼ਨਾਂ ਸਿਰਜੀਆਂ। ਪੁਜਾਰੀ ਦਾ ਕਰਮ ਹੈ ਆਪਸ਼ਨ ਸਿਰਜ ਦੇਣਾ। ਉਹਨੇ ਆਪਸ਼ਨ ਕੀ ਦਿੱਤੀ? ਉਹਨੇ ਕਿਹਾ ਵੀ ਜੇ ਤੁਸੀਂ ਇੱਥੇ ਆ ਕੇ ਮਰ ਨਹੀਂ ਸਕਦੇ ਤੇ ਘੱਟੋ ਘੱਟ ਇਹ ਵੀ ਇੱਥੇ ਤੁਸੀਂ ਮੁਰਦੇ ਦਾ ਸੰਸਕਾਰ ਕਰ ਦਿਓ। ਫਿਰ ਕੁਝ ਲੋਕ ਆਪਣੇ ਮੁਰਦੇ ਲਿਜਾਣ ਲੱਗੇ। ਹੁਣ ਨੇੜੇ ਵਾਲਾ ਤਾਂ ਲਿਜਾ ਸਕਦਾ ਹੈ, ਪਹੁੰਚ ਵਾਲਾ ਤੇ ਲਿਜਾ ਸਕਦਾ ਹੈ, ਦੂਰ ਵਾਲਾ ਕੀ ਕਰੇ? ਉਹਨੇ ਤੀਸਰੀ ਆਪਸ਼ਨ ਦਿੱਤੀ। ਉਹਨੇ ਕਿਹਾ ਅਸਥੀਆਂ ਤੇ ਲਿਆ ਸਕਦੇ ਹੋ ਨਾ, ਡੱਬੇ 'ਚ ਪਾ ਕੇ, ਕੁੱਜੇ 'ਚ ਪਾ ਕੇ ਉਹਦੀਆਂ ਹੱਡੀਆਂ ਅਸਥੀਆਂ ਲੈ ਆਓ ਤੇ ਇੱਥੇ ਗੰਗਾ 'ਚ ਪ੍ਰਵਾਹ ਕਰ ਦਿਓ। ਅਸੀਂ ਇੱਥੇ ਉਹਦੇ ਨਿਮਿਤ ਕਿਰਿਆ ਕਰਮ ਕਰ ਦਿਆਂਗੇ ਤੇ ਉਹ ਮੁਕਤ ਹੋ ਜਾਏਗਾ। ਯਾਨੀ ਕਿ ਕਈ ਆਪਸ਼ਨਾਂ ਸਿਰਜੀਆਂ, ਕਈ ਕਿਸਮ ਦੀਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਮੰਨਣਾ ਹੈ, ਹਜ਼ੂਰ ਨੇ ਆਖਿਆ ਵੀ ਇਵੇਂ ਕਿਸੇ ਖਾਸ ਜਗ੍ਹਾ ਤੇ ਜਾ ਕੇ ਮਰਨ ਨਾਲ ਕਦੇ ਕੋਈ ਮੁਕਤ ਨਹੀਂ ਹੁੰਦਾ। ਮਨੁੱਖ ਦਾ ਕਰਮ ਬੜਾ ਪ੍ਰਬਲ ਹੈ, ਉਹਦਾ ਕਰਮ ਸਭ ਤੋਂ ਉੱਚੀ ਚੀਜ਼ ਹੈ। ਜੇ ਕਰਮ ਨੀਚ ਹੈ ਤਾਂ ਤੁਹਾਡੇ ਲਈ ਸਵਰਗ ਦੇ ਕੀ ਅਰਥ ਨੇ, ਮੁਕਤੀ ਦੇ ਕੀ ਅਰਥ ਨੇ? ਨੂੰ ਬੰਦਾ ਸਾਰੀ ਜ਼ਿੰਦਗੀ ਲੁੱਟੇ ਤੇ ਪੁਜਾਰੀ ਨੂੰ ਬਾਅਦ 'ਚ 4 ਪੈਸੇ ਦੇ ਕੇ ਆਖੇ ਵੀ ਤੂੰ ਮੈਨੂੰ ਮੁਕਤੀ ਦੀ ਟਿਕਟ ਦੇ, ਸਵਰਗ ਦੀ ਟਿਕਟ ਦੇ,
ਤਾਂ ਉਹ ਪੁਜਾਰੀ ਜਿਹੜਾ ਉਹ 4 ਪੈਸੇ ਲੈ ਕੇ ਉਹਦੇ ਹੱਕ ਵਿੱਚ 4 ਮੰਤਰ ਪੜ੍ਹ ਦੇਵੇ ਤੇ ਉਹ ਮੁਕਤ ਹੋ ਗਿਆ। ਕਿ ਇੰਨੇ ਲੋਕਾਂ ਨੂੰ ਦਿੱਤਾ ਹੋਇਆ ਦੁੱਖ ਕਿਸੇ ਖਾਤੇ ਵਿੱਚ ਨਹੀਂ, ਇੰਨੇ ਲੋਕਾਂ ਨੂੰ ਦਿੱਤੀ ਹੋਈ ਤਕਲੀਫ ਜਿਹੜੀ ਹੈ, ਕੀ ਭਗਵਾਨ ਐਡਾ ਸਵਾਰਥੀ ਹੈ ਵੀ 4 ਭੇਟਾਂ ਦੇ ਬਦਲੇ 4 ਮੰਤਰਾਂ ਦੇ ਬਦਲੇ ਉਹ ਬੰਦੇ ਦੀ ਸਾਰੀ ਜ਼ਿੰਦਗੀ ਦੇ 80 ਸਾਲ ਦੇ ਕੀਤੇ ਗੁਨਾਹ ਬਖਸ਼ ਦੇਗਾ, ਕਿਉਂਕਿ ਉਹਦੇ ਹੱਕ ਵਿੱਚ ਇੱਕ ਪਲ ਲਈ 10 ਘੰਟੇ ਲਈ 10 ਮਿੰਟ ਲਈ ਮੰਤਰ ਪੜ੍ਹੇ ਗਏ ਨੇ? ਨਹੀਂ। ਭਗਤ ਰਵਿਦਾਸ ਜੀ ਨੇ ਸਾਰਾ ਕੁਝ ਆਪਣੇ ਨੇਤਰਾਂ ਨਾਲ ਤੱਕਿਆ ਤੇ ਸਾਰੇ ਕੁਝ ਨੂੰ ਹੰਢਾਇਆ। ਉਸ ਨਗਰ ਵਿੱਚ ਉਹ ਜੁੱਤੀਆਂ ਗੰਢਣ ਦੀ ਕਿਰਤ ਕਰਦੇ ਸਨ ਤੇ ਤੀਰਥ ਹੋਣ ਕਰਕੇ ਲੋਕ ਦੂਰੋਂ ਦੂਰੋਂ ਆਉਂਦੇ ਸਨ। ਮਸ਼ਹੂਰ ਨਗਰੀ ਸੀ, ਕਿਰਤਕਾਰ ਵਜੋਂ ਉਹਨਾਂ ਨੂੰ ਬਾਰ-ਬਾਰ ਇੱਥੇ ਆਉਣਾ ਜਾਣਾ ਸਾਰਾ ਕੁਝ। ਉਹਨਾਂ ਨੇ ਕਰਮ ਕਾਂਡਾਂ ਦਾ ਬਹੁਤ ਜ਼ਿਆਦਾ ਬੋਲਬਾਲਾ ਵੇਖਿਆ ਤੇ ਆਲੇ ਦੁਆਲੇ ਵਿੱਚ ਮਾਣਿਆ ਤੇ ਹੰਢਾਇਆ। ਇਸ ਮੁਬਾਰਕ ਸ਼ਬਦ ਦੀ ਇਬਾਰਤ ਨੂੰ ਪੜ੍ਹਿਆ, ਸਹਿਜ ਭਾਵ ਦੇ ਨਾਲ ਰਹਾਓ ਦੇ ਬੰਦ ਵਿੱਚ ਅਸਲ ਭਾਵ ਦੀ ਗੱਲ ਕੀਤੀ ਗਈ ਹੈ ਤੇ 2 ਬੰਦ ਸ਼ਬਦ ਦੇ ਜਿਹੜੇ ਹਨ ਉਹਨਾਂ ਵਿੱਚ ਉਦਾਹਰਨਾਂ ਦਿੱਤੀਆਂ ਗਈਆਂ ਨੇ, ਜੋ ਪੁਜਾਰੀ ਜਾਂ ਪੰਡਤ ਜਾਂ ਪੁਰੋਹਿਤ ਲੋਕਾਂ ਕੋਲੋਂ ਕਰਵਾਉਂਦਾ ਹੈ ਤੇ ਜਿਨ੍ਹਾਂ ਨੂੰ ਮੁਕਤੀ ਤੇ ਭਲੇ ਦਾ ਸਾਧਨ ਦੱਸਦਾ। ਖੈਰ, ਅਸੀਂ ਸਭ ਤੋਂ ਪਹਿਲਾਂ ਰਹਾਓ ਵਾਲਾ ਬੰਦ ਪੜਾਂਗੇ, ਜਿਸ ਵਿੱਚ ਭਗਤ ਜੀ ਆਖਦੇ ਨੇ, ਹਰ 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 ਨਾ ਜਪੈ ਰਸਨਾ। ਹੇ ਭਾਈ, ਤੂੰ ਉਸ ਰੱਬ ਨੂੰ, ਉਸ ਪਰਮੇਸ਼ਰ ਨੂੰ, ਉਸ ਅਕਾਲ ਪੁਰਖ ਨੂੰ ਆਪਣੀ ਰਸਨਾ ਤੋਂ ਕਦੇ ਜਪਦਾ ਨਹੀਂ, ਕਦੇ ਰੱਬ ਨੂੰ ਚੇਤੇ ਨਹੀਂ ਕਰਦਾ। ਜਦੋਂ ਕਿਹਾ ਜਾਏ ਨਾ ਵੀ ਤੂੰ ਰੱਬ ਨੂੰ ਜਪਦਾ ਨਹੀਂ, ਕਦੇ ਰੱਬ ਦਾ ਨਾਂ ਲੈ ਲਿਆ ਕਰ। ਹੁਣ ਮੰਨ ਲਓ, ਮੈਂ ਇੱਕ ਉਦਾਹਰਨ ਦੇਣਾ, ਸਾਨੂੰ ਕੋਈ ਆਖੇ, ਕੋਈ ਮਿੱਤਰ ਦੋਸਤ, ਕੋਈ ਰਿਸ਼ਤੇਦਾਰ, ਵੀ ਕਦੇ ਸਾਨੂੰ ਯਾਦ ਕਰ ਲਿਆ ਕਰੋ, ਤੇ ਉਹਦੇ ਯਾਦ ਕਰਨ ਦਾ ਮਤਲਬ ਹੁੰਦਾ ਹੈ ਵੀ ਕਿਸੇ ਦੁੱਖ ਸੁੱਖ ਵੇਲੇ ਬੌੜ ਪਿਆ ਕਰੋ, ਜਾਂ ਕਿਤੇ ਗਾਹੇ ਬਗਾਏ ਬੰਦਾ ਕੋਈ ਗੱਲਬਾਤ ਕਰਦਾ ਰਹਿੰਦਾ ਹੈ। ਯਾਦ ਕਰਨ ਦਾ ਮਤਲਬ ਇਹੀ ਹੈ ਨਾ। ਹੁਣ ਉਹਦੇ ਵਾਸਤੇ ਅਸੀਂ ਕਿਸੇ ਦੂਰ ਜਾ ਕੇ ਜੰਗਲ ਵਿੱਚ ਸਮਾਧੀ ਥੋੜ੍ਹਾ ਲਾ ਲੈਂਦੇ ਹਾਂ ਵੀ ਅਸੀਂ ਇਵੇਂ ਯਾਦ ਕਰਨਾ ਹੈ ਰਿਸ਼ਤੇਦਾਰ ਨੂੰ। ਰਿਸ਼ਤੇਦਾਰ ਨੂੰ ਯਾਦ ਕਰਨ ਦਾ ਅਰਥ ਕੀ ਹੈ? ਮਿੱਤਰ ਨੂੰ ਯਾਦ ਕਰਨ ਦਾ ਅਰਥ ਕੀ ਹੈ? ਵੀ ਦੁੱਖ ਹੋਵੇ ਤਾਂ ਉਹਨੂੰ ਯਾਦ ਕਰੋ, ਖੁਸ਼ੀ ਹੋਵੇ ਉਹਨੂੰ ਯਾਦ ਕਰੋ, ਕਿਤੇ ਮਨ ਦਾ ਕੋਈ ਬਲਬਲਾ ਸਾਂਝਾ ਕਰ ਲਓ, ਕਿਤੇ ਬਹਿਣ ਖਲੋਣ ਦਾ ਸਬੱਬ ਬਣ ਜਾਏ, ਕਦੇ ਬੰਦਾ ਗਾਏ ਬਗਾਏ ਵਿਹਲੇ ਟਾਈਮ ਉਹਦੇ ਨਾਲ ਕੋਈ ਵਾਰਤਾਲਾਪ ਕਰੇ। ਇਹ ਹੈ ਵੀ ਉਹਨੂੰ ਅਟੈਚ ਰੱਖਣਾ ਆਪਣੇ ਨਾਲ, ਉਸ ਰਿਸ਼ਤੇ ਦੀ ਕਦਰ ਕਰਨੀ, ਉਹ ਜਿਹੜਾ ਰਿਸ਼ਤਾ ਸਾਡੇ ਨਾਲ ਰਿਲੇਸ਼ਨ ਹੈ ਉਹਦੀ ਕਦਰ ਕਰਦਿਆਂ ਉਹਦਾ ਅਹਿਸਾਸ ਕਰਨਾ। ਜਦੋਂ ਕੋਈ ਸਾਨੂੰ ਯਾਦ ਕਰਦਾ ਤੇ ਇਹਦਾ ਭਾਵ ਇਹ ਹੁੰਦਾ ਵੀ ਉਹਨੂੰ ਅਹਿਸਾਸ ਹੈ ਵੀ ਅਸੀਂ ਵੀ ਹਾਂ ਉਹਦੀ ਜ਼ਿੰਦਗੀ 'ਚ, ਸਾਡਾ ਵੀ ਕੋਈ ਰੋਲ ਹੈ ਉਹਦੀ ਲਾਈਫ ਵਿੱਚ। ਤੇ ਜੇ ਕੋਈ ਸਾਨੂੰ ਨਾ ਫੋਨ ਕਰੇ, ਨਾ ਰਾਹ ਖੇੜੇ ਵਿੱਚ ਮਿਲੇ, ਨਾ ਦੁੱਖ ਸੁੱਖ ਤੇ ਆਵੇ, ਇਹਦਾ ਮਤਲਬ ਹੈ ਸਾਡੀ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਮਹੱਤਤਾ ਨਹੀਂ, ਉਹਦੇ ਜੀਵਨ ਵਿੱਚ ਸਾਡੀ ਕੋਈ ਥਾਂ ਨਹੀਂ, ਉਹ ਸਾਨੂੰ ਭੁੱਲ ਚੁੱਕਿਆ, ਜਾਂ ਉਹ ਨਹੀਂ ਚਾਹੁੰਦਾ ਵੀ ਇਹਦਾ ਕੋਈ ਮੇਰੀ ਜ਼ਿੰਦਗੀ 'ਚ ਦਖਲ ਹੋਵੇ। ਇਹਦਾ ਹੀ ਭਾਵ ਕੱਢਦੇ ਹਾਂ ਨਾ ਆਪਾਂ। ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਨ ਦਾ ਅਰਥ ਹੈ ਵੀ ਇਹ ਅਹਿਸਾਸ ਕਰਨਾ ਆਪਣੇ ਜੀਵਨ ਅੰਦਰ ਕਿ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਸਾਡਾ ਜੀਵਨ ਹੈ ਹੀ ਨਹੀਂ। 3 ਨੁਕਤਿਆਂ ਦੇ ਉੱਤੇ ਅਸੀਂ ਪਰਮੇਸ਼ਰ ਦੀ ਵਿਆਖਿਆ ਗੁਰਬਾਣੀ ਵਿੱਚ ਪੜ੍ਹਦੇ ਹਾਂ। ਪਹਿਲੀ ਹੈ ਕਿ ਉਹ ਸਿਰਜਣਹਾਰ ਹੈ, ਦੂਜੀ ਹੈ ਕਿ ਉਹ ਪਾਲਣਹਾਰ ਹੈ, ਤੇ ਤੀਜਾ ਇਹ ਹੈ ਕਿ ਉਹ ਸਭ ਕੁਝ ਸਮੇਟ ਕੇ ਖਤਮ ਕਰ ਦੇਣ ਵਾਲਾ ਹੈ। ਮਹਾਰਾਜ ਕਹਿੰਦੇ ਨੇ 3 ਨੁਕਤਿਆਂ ਤੋਂ ਉਹਨੂੰ ਹਮੇਸ਼ਾ ਯਾਦ ਰੱਖਿਆ ਕਰ ਕਿ ਉਹ ਤੈਨੂੰ ਸਿਰਜਣ ਵਾਲਾ ਹੈ, ਬਣਾਉਣ ਵਾਲਾ ਹੈ, ਘੜਨ ਵਾਲਾ ਹੈ। ਜਦੋਂ ਤੇਰੇ ਅੰਦਰ ਇਹ ਅਹਿਸਾਸ ਹੋਏਗਾ ਵੀ ਇਹ ਸਾਰਾ ਕੁਝ ਸਿਰਜਿਆ ਹੀ ਉਹਦਾ ਗਿਆ ਹੈ, ਤੇ ਤੇਰੇ ਅੰਦਰ ਗਰੂਰ ਕੋਈ ਨਹੀਂ ਹੋਏਗਾ। ਫਿਰ ਤੈਨੂੰ ਸਮਝ ਆਏਗੀ ਵੀ ਇਹ ਸੰਸਾਰ, ਇਹ ਕੁਦਰਤ, ਇਹ ਬ੍ਰਹਿਮੰਡ ਵਿੱਚ ਇੰਨਾ ਕੁਝ ਉਹਨੇ ਸਿਰਜਿਆ ਹੈ, ਉਹਦੇ ਵਿੱਚ ਇੱਕ ਥੋੜ੍ਹੀ ਜਿਹੀ ਥਾਂ ਉਹਨੇ ਮੈਨੂੰ ਵੀ ਸਿਰਜ ਕੇ ਦਿੱਤੀ ਹੈ। ਮੈਂ ਉਹਦੀ ਪ੍ਰੋਡਕਸ਼ਨ, ਮੈਂ ਵੀ ਉਵੇਂ ਦਾ ਪ੍ਰੋਡਕਟ ਹਾਂ ਜਿਵੇਂ ਬਾਕੀ ਦੀਆਂ ਸਾਰੀਆਂ ਚੀਜ਼ਾਂ ਉਹਦੀਆਂ ਸਿਰਜੀਆਂ ਹੋਈਆਂ। ਤੇ ਦੂਜਾ, ਜਿਹੜੀ ਚੀਜ਼ ਨੂੰ ਉਹ ਸਿਰਜਦਾ ਹੈ, ਜਿਹੜੀ ਚੀਜ਼ ਨੂੰ ਉਹ ਬਣਾਉਂਦਾ ਹੈ, ਉਹਦੀ ਇੱਕ ਥਾਂ ਰੱਖਦਾ, ਉਹ ਚੀਜ਼ ਨੂੰ ਉਹ ਚਲਾਉਂਦਾ ਹੈ, ਉਹਨੂੰ ਕੁਝ ਵਕਤ ਦਿੰਦਾ ਹੈ। ਜਿਵੇਂ ਸਾਨੂੰ ਜੀਵਨ ਦਿੱਤਾ ਹੈ ਤੇ ਸਾਨੂੰ ਵਕਤ ਵੀ ਤੇ ਦਿੱਤਾ ਹੈ ਨਾ ਜੀਵਨ ਜੀਣ ਦਾ। ਸਰੀਰ ਦਿੱਤਾ ਹੈ, ਸਰੀਰ ਨਾਲ ਜੁੜੀਆਂ ਹੋਰ ਕਿੰਨੀਆਂ ਚੀਜ਼ਾਂ ਨੇ। ਧਰਤੀ 'ਚੋਂ ਅੰਨ ਪੈਦਾ ਹੁੰਦਾ ਹੈ, ਪਾਣੀ ਪਿਆਸ ਬੁਝਾਉਂਦਾ ਹੈ, ਹਵਾ 'ਚ ਸਾਹ ਲੈਂਦੇ ਹਾਂ। ਉਹ ਸਾਡੀ ਲਾਈਫ ਨਾਲ ਰਿਲੇਟਡ ਜਿਹੜੀਆਂ ਜੀਵਨ ਨਾਲ ਸੰਬੰਧਿਤ ਚੀਜ਼ਾਂ ਨੇ, ਉਹਨਾਂ ਦੇ ਤਾਲਮੇਲ ਵਿੱਚ ਸਾਡਾ ਜੀਵਨ ਪਲ ਰਿਹਾ। ਉਹ ਪਾਲਣਹਾਰ। ਅਸੀਂ ਆਮ ਤੌਰ ਦੇ ਉੱਤੇ ਇਸ ਨੁਕਤੇ ਦੇ ਉੱਤੇ ਕਦੇ ਵੀ ਪਰਮੇਸ਼ਰ ਵਾਹਿਗੁਰੂ ਦੇ ਧੰਨਵਾਦੀ ਨਹੀਂ ਹੁੰਦੇ।
ਸਾਨੂੰ ਲੱਗਦਾ ਵੀ ਆਹ ਚੀਜ਼ ਮੰਗੀ ਸੀ ਉਹਨੇ ਦਿੱਤੀ ਨਹੀਂ, ਤੇ ਅਸੀਂ ਉਹਦੀ ਹੋਣ ਤੋਂ ਮੁਨਕਰ ਹੋ ਜਾਈ ਪਏ। ਐਸਾ ਕਿਹੜਾ ਰੱਬ ਹੈ? ਜੇ ਹੈ ਤਾਂ ਮੈਨੂੰ ਆਹ ਕਰਕੇ ਵਿਖਾਇਆ। ਉਹ ਅਸੀਂ ਚਾਹੁੰਦੇ, ਅਸੀਂ ਰੱਬ ਨਹੀਂ ਚਾਹੁੰਦੇ, ਅਸੀਂ ਮਦਾਰੀ ਚਾਹੁੰਦੇ ਹਾਂ। ਜਾਂ ਸਰਕਸ ਦੇ ਵਿੱਚ ਕੰਮ ਕਰਨ ਵਾਲਾ, ਇੱਕ ਐਂਟਰਟੇਨਮੈਂਟ ਕਰਨ ਵਾਲਾ ਇੱਕ ਬੰਦਾ ਚਾਹੁੰਦੇ ਵੀ ਜਿਹੜਾ ਸਾਨੂੰ ਤਮਾਸ਼ੇ ਵਿਖਾਉਂਦਾ ਰਹੇ 24 ਘੰਟੇ ਸਾਡੀਆਂ ਅੱਖਾਂ ਸਾਹਮਣੇ। ਅਸੀਂ ਇੱਕ ਕਲਾਕਾਰ ਚਾਹੁੰਦੇ ਹਾਂ, ਕਿਉਂਕਿ ਸਾਡੀ ਆਪਣੀ ਸੋਚ ਜਿਹੜੀ ਹੈ ਉਹ ਨਿਗੁਣੀ ਹੈ। ਅਸੀਂ ਇੱਕ ਦਾਇਰੇ 'ਚ ਵੱਜੇ ਹੋਏ ਵੀ ਕੋਈ ਤਮਾਸ਼ੇ ਕਰੇ, ਖੇਡਾਂ ਕਰੇ ਮੇਰੇ ਮੁਤਾਬਕ। ਜਾਂ ਫਿਰ ਅਸੀਂ ਰੱਬ ਨੂੰ ਇੱਕ ਨੌਕਰ ਵਜੋਂ ਚਾਹੁੰਦੇ ਹਾਂ। ਜੇ ਅਸੀਂ ਨੌਕਰ ਨੂੰ ਕਹਿੰਦੇ ਨਾ ਵੀ ਤੂੰ ਝਾੜੂ ਲਾ ਦੇਈਂ, ਪੋਚਾ ਕਰ ਦੇਈਂ, ਰੋਟੀ ਬਣਾ ਦੇਈਂ, ਭਾਂਡੇ ਧੋ ਦੇਈਂ, ਕੱਪੜੇ ਧੋ ਦੇਈਂ, ਇਸੇ ਤਰ੍ਹਾਂ ਸਾਡੇ ਕੰਮ ਹੁੰਦੇ ਨੇ। ਲਿਸਟ ਹੁੰਦੀ ਹੈ ਸਾਡੇ ਦਿਮਾਗ ਵਿੱਚ ਇੱਕ ਵੀ ਰੱਬ ਆਹ ਕਰ ਦੇਵੇ, ਆਹ ਕਰ ਦੇਵੇ, ਆਹ ਕਰ ਦੇਵੇ। ਜੇ ਕਰਦਾ ਹੈ ਤੇ ਉਹ ਚੰਗਾ ਹੈ, ਉਹ ਹੈ। ਜੇ ਨਹੀਂ ਤੇ ਅਸੀਂ ਕਹਿੰਦੇ ਉਹ ਕੌਣ ਹੈ, ਉਹਦਾ ਕੀ ਰੋਲ ਹੈ ਸਾਡੀ ਜੀਵਨ, ਅਸੀਂ ਉਹਨੂੰ ਕਿਉਂ ਮੰਨੀਏ, ਅਸੀਂ ਕਿਉਂ ਰੱਬ ਬਾਰੇ ਗੱਲ ਕਰੀਏ। ਤਾਂ ਸਾਡੀ ਸੁਰਤ ਵਿੱਚ ਰੱਬ ਦਾ ਅਰਥ ਜਿਹੜਾ ਹੈ ਉਹ ਜਾਂ ਤਾਂ ਇੱਕ ਤਮਾਸ਼ੇ ਵਿਖਾਉਣ ਵਾਲੇ ਵਰਗਾ ਹੈ, ਤੇ ਜਾਂ ਉਹਦਾ ਤਸੱਵਰ ਅਸੀਂ ਕਰਦੇ ਹਾਂ ਇੱਕ ਨੌਕਰ ਵਜੋਂ ਜਿਹੜਾ ਸਾਡੇ ਕੰਮ ਕਰਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਸਾ ਨਹੀਂ। ਸਤਿਗੁਰੂ ਆਖਦੇ ਉਹ ਸਿਰਜਣਹਾਰ ਹੈ ਤੇ ਪਾਲਣਹਾਰ ਹੈ। ਜਿਹੜੀ ਹਵਾ 'ਚ ਤੂੰ ਸਾਹ ਲੈ ਰਿਹਾ ਨਾ, ਉਹ ਹਵਾ ਤੇ ਤੇਰੇ ਜੀਵਨ ਦਾ ਤਾਲਮੇਲ ਕਿੰਨਾ ਗਹਿਰਾ ਹੈ ਕਿ ਸੰਸਾਰ ਦੀ ਕੋਈ ਤਾਕਤ, ਸੰਸਾਰ ਦਾ ਕੋਈ ਦਿਮਾਗ ਇਹ ਤਾਲਮੇਲ ਬਿਠਾ ਸਕਦਾ ਹੈ? ਜ਼ਮੀਨ ਦੇ ਵਿੱਚੋਂ ਅੰਨ ਪੈਦਾ ਹੁੰਦਾ ਹੈ। ਕੀ ਤੂੰ ਬਿਨਾਂ ਜ਼ਮੀਨ ਤੋਂ, ਬਿਨਾਂ ਇਹਨਾਂ ਸਾਧਨਾਂ ਤੋਂ ਕਿ ਇਸ ਤਰ੍ਹਾਂ ਦੀ ਖੁਰਾਕ ਸੰਸਾਰ ਦੇ ਜੀਵਾਂ ਦੇ ਪਲਣ ਵਾਸਤੇ ਪੈਦਾ ਕਰਨ ਦੀ ਤਾਕਤ ਰੱਖਦਾ? ਨਹੀਂ। ਇਸ ਲਈ ਮੇਰੇ ਮਹਾਰਾਜ ਕਹਿੰਦੇ ਨੇ ਵੀ ਉਹ ਪਾਲਣਹਾਰ। ਦੂਜਾ ਚੇਤਾ ਇਹ ਆਪਣੀ ਸੁਰਤ ਵਿੱਚ ਰੱਖਿਆ ਕਰ। ਤੇ ਤੀਜਾ ਇਹ ਹੈ ਵੀ ਉਹ ਘਾਲਕ ਹੈ। ਤੇਰੀ ਨਿਗਾਹ ਸਾਹਮਣੇ, ਤੇਰੀਆਂ ਅੱਖਾਂ ਸਾਹਮਣੇ ਵੱਡੇ ਵੱਡੇ ਅੰਪਾਇਰ ਪੈਦਾ ਹੋ ਕੇ ਮਿੱਟੀ 'ਚ, ਖਾਕ 'ਚ ਮਿਲ ਜਾਂਦੇ। ਅਸੀਂ ਇੱਕ ਬੰਦੇ ਨੂੰ ਠਿੱਬੀ ਲਾਉਣ ਲਈ ਸਾਰੀ ਜ਼ਿੰਦਗੀ ਲਾ ਦਿੰਦੇ ਹਾਂ, ਪਰ ਕਾਦਰ ਇੱਕ ਅੱਖ ਦੇ ਫੋਰ ਵਿੱਚ ਹਰਨ ਭਰਨ ਜਾ ਕਰ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋ, ਤਬਾਹ ਕਰਕੇ ਰੱਖ ਦਿੰਦਾ। ਉਹਦੀ ਸ਼ਕਤੀ ਵੱਡੀ ਹੈ, ਉਹਦੀ ਪਾਇਆ ਕਿੱਡੀ ਉੱਚੀ ਹੈ। ਉਹ ਏਡੀਆਂ ਏਡੀਆਂ ਤਾਕਤਾਂ ਨੂੰ ਮੂੰਹ ਭਾਰ ਸੁੱਟ ਦੇਣ ਦੀ ਤਾਕਤ ਰੱਖਦਾ। ਇਸ ਵਾਸਤੇ ਮਹਾਰਾਜ ਕਹਿੰਦੇ ਉਹਨੂੰ ਇਹਨਾਂ ਤਿੰਨ ਪੱਖਾਂ ਨੂੰ ਚੇਤੇ ਵਿੱਚ ਰੱਖ ਕੇ ਜੇ ਜੀਵਨ ਜੀਵੇਂ ਤਾਂ ਤੇਰੇ ਅੰਦਰ ਇਹ ਅਹਿਸਾਸ ਹੋਏਗਾ ਕਿ ਉਹ ਮੇਰਾ ਸਿਰਜਣਹਾਰ ਵੀ ਹੈ, ਪਾਲਣਹਾਰ ਵੀ ਹੈ, ਤੇ ਓੜਕ ਨੂੰ ਉਹਨੇ ਮੈਨੂੰ ਸਿਰਜਿਆ ਤੇ ਨਾਸ਼ ਕਰਨ ਦਾ ਹੱਕ ਵੀ ਉਹ ਰੱਖਦਾ, ਖਤਮ ਕਰ ਦੇਣ ਦਾ ਹੱਕ ਵੀ ਉਹ ਰੱਖਦਾ। ਉਸ ਉੱਤੇ ਮੇਰਾ ਕੋਈ ਗਿਲਾ, ਮੇਰਾ ਕੋਈ ਸ਼ਿਕਵਾ, ਮੇਰੀ ਕੋਈ ਮਿਹਣਾ ਉਹਦੇ ਉੱਤੇ ਕੰਮ ਨਹੀਂ ਕਰ ਸਕਦਾ। ਜੇ ਮੈਂ ਐਸਾ ਕਰਦਾ ਤਾਂ ਇਹ ਮੇਰੀ ਅਗਿਆਨਤਾ ਹੈ, ਬੇਸਮਝੀ ਹੈ। ਹਜ਼ੂਰ ਮਹਾਰਾਜ ਉਸ ਨੂੰ ਜਦੋਂ ਇਹ ਕਹਿੰਦੇ ਨਾ ਵੀ ਰਸਨਾ ਗੁਣ ਗੋਪਾਲ ਨਿਧ ਗਾਇਣ, ਤਾਂ ਉਸ ਦਾ ਭਾਵ ਹੈ ਅਸੈਪਟ ਕਰ, ਪ੍ਰਵਾਨ ਕਰ ਵੀ ਉਹ ਪਰਮੇਸ਼ਰ ਹੀ ਸਭ ਕੁਝ ਹੈ, ਉਸ ਤੋਂ ਬਿਨਾਂ ਕੋਈ ਦੂਜੀ ਹਸਤੀ ਹੈ ਹੀ ਨਹੀਂ। ਤੇ ਸਤਿਗੁਰੂ ਨੇ ਨਾਲ ਹੀ ਤਾਕੀਦ ਕੀਤੀ ਹੈ, ਕਹਿੰਦੇ ਨੇ ਅਵਰ ਸਭ ਤਿਆਗ ਬਚਨ ਰਚਨਾ। ਬਚਨ ਰਚਨਾ ਦਾ ਮਤਲਬ ਹੁੰਦਾ ਹੈ ਕਿ ਉਸ ਪਰਮੇਸ਼ਰ ਦੀ ਸਿਰਜਣ ਸ਼ਕਤੀ ਨੂੰ, ਪ੍ਰਤਪਾਲਕ ਸ਼ਕਤੀ ਨੂੰ, ਨਾਸ਼ ਕਰਨ ਵਾਲੀ ਤਾਕਤ ਨੂੰ, ਭਾਵ ਉਸ ਦੇ ਇਸ ਪਸਾਰੇ ਦੇ ਪਿੱਛੇ ਉਸ ਦੀ ਖੜੀ ਹੋਈ ਗਤੀਵਿਧੀ ਨੂੰ ਤਿਆਗ ਕੇ, ਜਿਹੜੀ ਤੂੰ ਚਤੁਰਾਈ ਤੇ ਹੰਕਾਰ 'ਚ ਵਾਕ ਰਚਨਾ ਕਰਦਾ ਨਾ, ਗੱਲਾਂ ਬਣਾ ਬਣਾ ਕੇ ਕਰਦਾ, ਇਹਨਾਂ ਨੂੰ ਛੱਡ ਦੇ, ਇਹਨਾਂ 'ਚ ਕੱਖ ਨਹੀਂ ਹੈ। ਤੂੰ ਹੰਕਾਰ ਦੀ ਬੋਲੀ ਬੋਲਦਾ, ਤੂੰ ਲੋਭ ਦੀ ਬੋਲੀ ਬੋਲਦਾ, ਤੂੰ ਈਰਖਾ ਵਿੱਚ ਜੀਣਾ, ਜਾਂ ਫਿਰ ਤੂੰ ਹੋਰ ਕਈ ਵਾਕ ਰਚਨਾ ਕਰਦਾ ਹੈ। ਉਹ ਕੀ ਕਿ ਤੂੰ ਸੋਚਦਾ ਵੀ ਉਸ ਪਰਮੇਸ਼ਰ ਦੀ ਯਾਦ ਤੇ ਅਹਿਸਾਸ ਤੋਂ ਬਿਨਾਂ ਕਰਮ ਕਾਂਡਾਂ ਨਾਲ ਮੇਰਾ ਭਲਾ ਹੋ ਜਾਣਾ, ਮੈਂ ਆਹ ਕਰ ਲਵਾਂ ਤੇ ਇਵੇਂ ਹੋ ਜਾਏਗਾ, ਆਹ ਕਰ ਲਵਾਂ ਤੇ ਇਵੇਂ ਹੋ ਜਾਏਗਾ। ਉਹ ਨਹੀਂ ਚੱਲੇਗਾ, ਉਹਨਾਂ ਦਾ ਜ਼ੀਰੋ ਮੁੱਲ ਹੈ। ਸਤਿਗੁਰੂ ਉਹਨਾਂ ਦੀ ਹੀ ਵਿਆਖਿਆ ਬਾਕੀ ਸ਼ਬਦ ਵਿੱਚ ਕਰਦੇ। ਹੁਣ ਪਹਿਲੇ ਬੰਦ ਵਿੱਚ ਹਜ਼ੂਰ ਨੇ ਆਖਿਆ, ਕਹਿਣ ਲੱਗੇ ਸੁਖ ਸਾਗਰ, ਸੁੱਖਾਂ ਦਾ ਘਰ। ਸਾਗਰ ਆਪਾਂ ਸਮੁੰਦਰ ਨੂੰ ਕਹਿੰਦੇ, ਸੁੱਖਾਂ ਦਾ ਸਮੁੰਦਰ, ਜਿਹਦੇ ਵਿੱਚ ਹੀ ਸਾਰੇ ਸੁੱਖ ਜਾ ਕੇ ਸਮਾ ਜਾਂਦੇ, ਜਿਸ ਨੂੰ ਮਹਾਰਾਜ ਨੇ ਸਰਬ ਸੁੱਖਾਂ ਕਾ ਦਾਤਾ ਵੀ ਲਿਖਿਆ, ਸਾਰੇ ਸੁੱਖਾਂ ਦਾ ਮਾਲਕ। ਪਰ ਇੱਥੇ ਚੇਤਾ ਰੱਖੀਏ ਵੀ ਜਿਹੜੇ ਸੁੱਖ ਸਾਨੂੰ ਆਲਰੇਡੀ ਮਿਲੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਸਮਝਦੇ ਵੀ ਇਹ ਸੁੱਖ ਨੇ, ਇਹ ਸੁੱਖਾਂ ਦੀ ਪ੍ਰੋਡਕਸ਼ਨ ਕਿਹਨੇ ਕੀਤੀ? ਤੁਸੀਂ ਜਾਂ ਕਿਸੇ ਸਿਰਜਣਹਾਰ ਤਾਕਤ ਨੇ?
जे सुख साडी प्रोडक्शन ने तो चेते च रखो जिहड़े तुहानूं मिले नहीं वो क्यों नहीं मिले। जिहड़ियां चीज़ां तो असीं वांझे रहे जे वाकई साडे वास्ते है सारा कुछ तो वो सानूं क्यों नहीं मिले, फिर तो भी मिल जाना चाहिए। सुर तर, सुर तर का मतलब सुर देवतिਆਂ ਨੂੰ ਕਹਿੰਦੇ ਨੇ ਤੇ ਤਾਰ ਦਰਖਤ ਨੂੰ ਕਹਿੰਦੇ ਨੇ। ਉਹ ਦਰਖਤ ਜਿਹੜਾ ਦੇਵਲੋਕ स्वर्ग ਦੇ ਵਿੱਚ ਲੱਗਾ ਹੋਇਆ। ਪੁਰਾਣਾਂ ਦੇ ਵਿੱਚ ਐਸੇ 5 ਦਰਖਤਾਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਛਾਵੇਂ ਦੇਵਤੇ ਬਹਿੰਦੇ ਨੇ। ਉਹਨਾਂ ਦੇ ਵਿੱਚ ਇੱਕ ਪਾਰ ਜਾਤ, ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਬੜੀ ਵਾਰ ਆਇਆ। ਕਾਮ ਧੇਨ ਪਾਰ ਜਾਤ ਹਰ ਹਰ ਰੁੱਖ। ਸਤਿਗੁਰੂ ਨੇ ਇਸ ਗੱਲ ਦੇ ਉੱਤੇ ਜ਼ਿਰਾ ਨਹੀਂ ਕੀਤੀ ਵੀ ਕੋਈ ਪਾਰ ਜਾਤ ਰੁੱਖ ਹੈ ਕਿ ਨਹੀਂ ਹੈ। ਸਤਿਗੁਰੂ ਦਾ ਮੰਨਣਾ ਇਹ ਹੈ ਵੀ ਉਹ ਹੋਵੇ ਵੀ ਤੇ ਕੀ ਕਰ ਲਏਗਾ। ਪਾਰ ਜਾਤ ਰੁੱਖ, ਉਸ ਰੁੱਖ ਦੀ ਵਡਿਆਈ ਪੁਰਾਣਾ ਵਿੱਚ ਇਹ ਕਹਿ ਕੇ ਕੀਤੀ ਗਈ ਹੈ ਵੀ ਉਸ ਰੁੱਖ ਦੇ ਥੱਲੇ ਬਹਿ ਕੇ ਜੋ ਮੰਗੋ ਮਿਲ ਜਾਂਦਾ ਹੈ, ਜੋ ਮੰਗੋ ਉਹ ਮਿਲ ਜਾਂਦਾ ਹੈ। ਉਹ ਰੁੱਖ ਜਾਣੀ ਕਿ ਤੁਹਾਡੇ ਅੰਦਰ ਦੀਆਂ ਕਾਮਨਾਵਾਂ ਪੂਰੀਆਂ ਕਰ ਦਿੰਦਾ। ਹੁਣ ਬੰਦੇ ਨੂੰ ਇਹ ਕਹਾਣੀ ਕਿੰਨੀ ਚੰਗੀ ਲੱਗਦੀ ਵੀ ਇਹੋ ਜਿਹਾ ਰੁੱਖ ਹੋਵੇ, ਬੰਦਾ ਉਹਦੀ ਛਾਵੇਂ ਬਵੇ, ਨਾਲੇ ਗੱਲਾਂ ਕਰੀ ਜਾਏ, ਜੋ ਮਰਜ਼ੀ ਮੰਗਵਾਈ ਜਾਏ। ਇਦੋਂ ਵਧੀਆ ਹੋਰ ਕੀ ਚੀਜ਼ ਹੋ ਸਕਦੀ। ਤੇ ਬੰਦਾ ਦੇਵਤਿਆਂ ਦੀ ਪੂਜਾ ਕਰਦਾ। ਅੱਛਾ, ਦੇਵਤਿਆਂ ਕੋਲ ਇਹੋ ਜਿਹਾ ਰੁੱਖ ਹੈ, ਜੇ ਕਿਤੇ ਉਹ ਖੁਸ਼ ਹੋ ਗਏ ਤੇ ਇਹੋ ਜਿਹਾ ਰੁੱਖ ਮੈਨੂੰ ਮਿਲ ਜਾਏ, ਜਾਂ ਮੈਂ ਇਹੋ ਜਿਹੇ ਸਵਰਗ 'ਚ ਚਲਿਆ ਜਾਵਾਂ ਜਿੱਥੇ ਇਸ ਰੁੱਖ ਦੀ ਛਾਵੇਂ ਬਹਿਣ ਦਾ ਮੈਨੂੰ ਵੀ ਮੌਕਾ ਮਿਲ ਜਾਏ, ਤੇ ਮੈਨੂੰ ਕਿਸੇ ਚੀਜ਼ ਦਾ ਘਾਟਾ ਹੀ ਨਹੀਂ ਰਹੇਗਾ। ਬੰਦਾ ਆਪਣੀ ਇੱਛਾ ਦਾ ਬੱਝਾ ਹੋਇਆ ਹੀ ਜੀਵਨ ਵਿੱਚ ਤੁਰਿਆ ਜਾ ਰਿਹਾ। ਆਇਓ ਬੰਦਾ ਦੁਨੀ ਵਿੱਚ ਵਤ ਆ ਸੋਹਣੀ ਬਨ। ਅਸੀਂ ਉਮੀਦਾਂ, ਆਸਾਂ, ਇੱਛਾਵਾਂ ਦੇ ਤਲ ਉੱਤੇ ਜ਼ਿੰਦਗੀ ਜੀਣ ਵਾਲੇ ਹਾਂ। ਮਨੁੱਖ ਹੈ ਨਾ, ਮਨੁੱਖ ਇੱਛਾ ਕਰੇਗਾ ਹੀ। ਤੇ ਸੰਸਾਰ ਵਿੱਚ ਤੁਸੀਂ ਵੇਖਣਾ ਇੱਕ ਹੋਰ ਸ਼ਬਦ ਮਹਾਰਾਜ ਨੇ ਬਾਣੀ ਦੇ ਵਿੱਚ ਵਰਤਿਆ ਅੱਗੇ ਜਾ ਕੇ, ਚਿੰਤਾ ਮਨ। ਇੱਕ ਮਣੀ ਜਿਸ ਨੂੰ ਤੁਸੀਂ ਹੱਥ 'ਚ ਫੜੋ ਤੇ ਜੋ ਇੱਛੋ, ਜੋ ਚਿਤਵੋ ਮਨ ਵਿੱਚ, ਉਹੀ ਪੂਰਾ ਹੋ ਜਾਏ। ਸੇਮ ਗੱਲ। ਤੇ ਤੀਜਾ ਸ਼ਬਦ ਹੈ ਕਾਮ ਧੇਨ। ਕਹਿੰਦੇ ਨੇ ਦੇਵਤਿਆਂ ਨੇ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਨੂੰ ਰਿੜਕਿਆ। ਕਮਾਲ ਦੇ ਸਨ, ਪਾਣੀ 'ਚ ਹੀ ਮਧਾਣੀ ਪਾ ਕੇ ਬਹਿ ਗਏ। ਤੇ ਹੁਣ ਦੇਵਤੇ ਤੇ ਦੈਂਤ ਦੋਵੇਂ ਆਪਾ ਵਿਰੋਧੀ ਤਾਕਤਾਂ ਰਿੜਕਣ ਲੱਗੀਆਂ ਹੋਣ ਤੇ ਕੁਝ ਨਿਕਲੇ ਨਾ, ਇਹ ਕਿਵੇਂ ਹੋ ਸਕਦਾ। ਉਹਨਾਂ ਨੇ 14 ਰਤਨ ਕੱਢੇ, ਸਮੁੰਦਰ ਰਿੜਕਿਆ ਤੇ ਉਹਦੇ ਵਿੱਚੋਂ 14 ਰਤਨ ਕੱਢੇ। 14 ਰਤਨਾਂ 'ਚ ਇੱਕ ਸ਼ਰਾਬ ਵੀ ਹੈ। ਇਸ ਕਰਕੇ ਡਰਿੰਕ ਕਰਨ ਵਾਲਿਆਂ ਕੋਲੇ ਸੁਨਹਿਰੀ ਮੌਕਾ ਵੀ ਉਦਾਹਰਣ ਦੇ ਸਕਦੇ ਨੇ ਕਿ ਜੇ ਕਾਮ ਧੇਨ ਪੂਜਨੀਕ ਹੈ ਤੇ ਸ਼ਰਾਬ ਕਿਉਂ ਨਹੀਂ, ਕਿਉਂਕਿ 5ਵਾਂ ਰਤਨ, ਪੰਜਵੀਂ ਇਹਦੀ ਸਟੇਜ ਹੈ। ਜਦੋਂ ਇਹ ਨਿਕਲੇ ਉਹਦੇ ਵਿੱਚ ਧਨੰਤਰ ਵੈਦ ਵੀ ਨਿਕਲਿਆ। ਹੁਣ ਕਿਸੇ ਨੂੰ ਕੋਈ ਲੈ ਗਿਆ, ਕਿਸੇ ਨੂੰ ਜਿਹੜੀ ਚੀਜ਼ ਜਿਹਦੇ ਹੱਥ ਆਉਂਦੀ ਰਹੀ ਉਹ, ਪਰ ਅਸਲ ਰੌਲਾ ਅੰਮ੍ਰਿਤ ਉੱਤੇ ਆ ਕੇ ਪਿਆ, ਜਿਹਦੇ ਤੇ ਪੈਣਾ ਨਹੀਂ ਸੀ ਚਾਹੀਦਾ। ਤੁਸੀਂ ਹੈਰਾਨ ਹੋਵੋਗੇ, ਸ਼ਰਾਬ ਤੇ ਰੌਲਾ ਨਹੀਂ ਪਿਆ, ਅੰਮ੍ਰਿਤ ਤੇ ਲੜਾਈ ਹੋਈ। ਔਰ ਉਹਦੇ ਵਿੱਚੋਂ ਇੱਕ ਜ਼ਹਿਰ ਵੀ ਨਿਕਲਿਆ। ਜ਼ਹਿਰ ਹੁਣ ਕੌਣ ਲਵੇ? ਅੰਮ੍ਰਿਤ ਤੇ ਤਾਂ ਸਾਰੇ ਹੀ ਲੜ ਪਏ, ਜ਼ਹਿਰ ਕੋਈ ਲਵੇ ਨਾ। ਤੇ ਉਹ ਸ਼ਿਵ ਨੇ ਆਖਿਆ ਲਿਆਓ, ਇਹ ਮੇਰੇ ਅੱਗੇ ਕੀ ਚੀਜ਼ ਹੈ। ਉਹਨੇ ਪੀ ਲਿਆ, ਉਹਦਾ ਗਲਾ ਨੀਲਾ ਹੋ ਗਿਆ ਜ਼ਹਿਰ। ਉਹਨੂੰ ਨੀਲਕੰਠ ਵੀ ਕਹਿੰਦੇ ਨੇ, ਪੁਰਾਣਾ 'ਚ ਉਹਨੂੰ ਨੀਲਕੰਠ ਲਿਖਿਆ। ਉਹਦੇ ਵਿੱਚੋਂ 14 ਰਤਨ ਨਿਕਲੇ ਤੇ 14 ਰਤਨਾਂ ਦੇ ਵਿੱਚ ਇੱਕ ਰਤਨ ਹੈ ਕਾਮ ਧੇਨ ਗਊ। ਕਹਿੰਦੇ ਨੇ ਉਸ ਗਾਂ ਕੋਲੋਂ ਜੋ ਮੰਗੀਏ, ਕਾਮ ਧੇਨ, ਉਹ ਧੇਨ ਗਊ ਜਿਹੜੀ ਕਾਮਨਾ ਪੂਰੀ ਕਰਦੀ। ਹੁਣ ਤਿੰਨੇ ਚੀਜ਼ਾਂ, ਸੁਰਤਰ, ਸਵਰਗ ਦਾ ਦਰਖਤ, ਚਿੰਤਾ ਮਨ ਇੱਕ ਐਸੀ ਮਣੀ ਜਿਹੜੀ ਹੱਥ 'ਚ ਲੈ ਕੇ ਤੁਸੀਂ ਜੋ ਚਿਤਵੋ ਪੂਰਾ ਹੋ ਜਾਂਦਾ, ਤੇ ਕਾਮ ਧੇਨ ਇੱਕ ਐਸੀ ਗਊ ਜਿਹੜੀਆਂ ਤੁਹਾਡੀਆਂ ਕਾਮਨਾਵਾਂ ਪੂਰੀਆਂ ਕਰ ਦੇਣ। ਹੁਣ ਤੁਸੀਂ ਵੇਖੋ ਸਟਰਕਚਰ ਜਿਹੜਾ ਹੈ ਕਿੰਨਾ ਲੁਭਾਉਣਾ ਸਟਰਕਚਰ ਹੈ। ਪਰ ਸਤਿਗੁਰੂ ਨੇ ਇਸ ਮੁਬਾਰਕ ਸ਼ਬਦ ਵਿੱਚ ਕਿਹਾ ਬਸ ਜਾ ਕੇ। ਇਹ ਚੀਜ਼ਾਂ ਵੀ ਉਸ ਮਾਲਕ ਦੇ ਵਸ ਨੇ, ਭਾਵ ਇਹਨਾਂ ਦੀ ਵੀ ਕੋਈ ਹਸਤੀ ਨਹੀਂ ਉਸ ਪਰਮੇਸ਼ਰ ਦੇ ਨਾਮ ਸਾਹਮਣੇ। ਇਹ ਵੀ ਤੁੱਛ ਹਨ, ਤੁੱਛ। ਹੁਣ ਮੰਨ ਲਓ ਕਿਸੇ ਮਨੁੱਖ ਨੂੰ ਕਾਮ ਧੇਨ ਗਊ ਮਿਲ ਜਾਏ, ਐਸਾ ਰੁੱਖ ਮਿਲ ਜਾਏ ਸੁਰਤਰ, ਜਿਹਦੇ ਛਾਵੇਂ ਬਹਿ ਕੇ ਤੁਸੀਂ ਜੋ ਮੰਗੋ ਮਿਲ ਜਾਂਦਾ ਹੈ,
तो तुसी गुरेज करोगे मंगण तो? नहीं। बंदा तो कमला हो जाएगा, ना रोटी खाएगा ना सोवेगा। उन्होंने तो यह भी छेती छेती एवं रुख सोकी ना जाता हो। इदों पहला भी गां लिस्सी माड़ी हो के मर जाए, मंग लो जिन्ना कुछ मंग सकते हो। बंदा वड्डी उम्मीदां जड़ियां ने, इच्छावां कदे मरन गियां नहीं। पर एक व्यक्ति को कहा जाए भी तैनूं ये चीज़ां देने जो मंगना, वो कहता मैनूं लोड़ ही नहीं, मैनूं तुसां की समझ रखे, मैं खुश हाँ। एक वो है जिहड़ा लालच वस मंगेगा, दूजा वो है जिहड़ा आखेगा मैं जिथे हाँ राजी हाँ, जिथे रखें बैकुंठ तिथाई तू सबना के प्रतिपाला जियो। तुसी दो तरह के करैक्टर को सामने रख के वेखो। एक वो है जिहड़ा इच्छावां वस इस राह ते पएगा और मंगदा ही तुरया जाएगा। एक वो है, वैसे भी मनुख की जिंदगी विच साह ही मुकम्मल होंदे ने, इच्छा कदे मुकम्मल नहीं होंदी। मनुख के जीवन विच साडा शरीर साडा साथ छड़ जांदा है, पर इच्छा शक्ति कदे नहीं मरदी। इच्छावां की नहीं चाहिए बंदे नूं, तुसीं सोचो। जो साडे कोल जिहदी साडी एकता हुंदी है ना भी साडी पाया है चीज़ हासिल करन दी, सानूं मिली नहीं। जिहड़ी चीज़ दी पाया ना होवे साडे च, असीं वो भी चाहुंदे भी मैनूं। हुण मान लो सानूं कोई आखे भी तुहानूं USA के राष्ट्रपति बना दी, कोई ना करेगा, भावें पता कख भी ना होवे भी उत्थे करना की है, बंदा चाहुंदा बना दिओ। हर कोई भावें योग्यता नहीं है, फिर भी बंदा चाहुंदा भी जे मिलदा है फ्री तो की माड़ा है, बंदे रख लांगे काम कर ले। जो साडे कोल समर्था ना होवे हासिल करन दी। हुण मन लो मेरे वर्गे मूड नूं कोई आखे पंथ दा महाविद्वान है, तो मैनूं लगदा है फ्री च जे अगले विद्वान बनाउंदे ने तो माड़ा की है, भावें पता कख भी ना होवे, मुफ्त च ही मिल रहा है ना सारा कुछ। योग्यता भावें है भावें नहीं है, वो एक वखरा विषय है। पर जे मुफ्त में वडियाई तुहानूं कोई दिंदा है, वडिया जां कोई वस्तु दिंदा है, तो की माड़ा है, ले लो। इच्छा साडी उत्थे भी पहुंचण दी हुंदी है जिस चीज़ की योग्यता साडे विच चुकी ना होवे, बस यही फर्क है। इस करके साडियां इच्छावां दा टकराव हो जाता। मैं कई बार उदाहरण साझी की है। बच्चा जिस वेले डॉक्टर बनता है, नवा क्लीनिक खोलता है, तो असीं उहदी अरदास करते हैं महाराज इहदे कारोबार विच वाधे बख्शिओ। तो वही अरदास करके हटीए तो एक होर आ जाता, वो कहता जी मेरी तंदुरुस्ती की अरदास भी कर दो। तो करनी पैंदी, असीं कहने महाराज नूं तंदुरुस्ती बख्शिओ। हुण गल तो एक दी बननी, जां टांडियां वाली रहू जां भांडियां वाली रहू। जे वो तंदुरुस्त होया तो वह क्लीनिक किवें चलू, तो जे वह कारोबार चलाउणा तो बंदे माड़े मोटे ढिले बट्ठे भी होने चाहिए। हुण गल तो एक ही बननी है। असीं कामना कर सकते हैं, पर सतगुरु ने आख्या वदी सो वजग नानका सच्चा वेखै सोए, सबनी छाड़ा मारियां करता करे सो होए। सच है भी कारोबार वह भी चलना है, तो सच है भी बंदे भी ढिले मट्ठे होने ही होने ने, क्योंकि शरीर है दुख सुख नाले लगा, दोवें गल्लां ही चलनियां ने। परमेश्वर ने दोवें ही राह रखे हुए हैं। असी उहदे हुक्म का पारावार पा ही नहीं सकते। इस कुदरत विच हर एक नूं उसने बराबर बराबर थां दिती हुई है। इत्थे ते वर प्राप्त हरनाक्ष भी बच नहीं सकिया। उन्होंने वर सन, ना दिने मरे ना रात मरे, ना घर दे अंदर ना बाहर मरे, ना बंदा मारे ना पशु मारे। पर पुराणक कथा लिखण वाला जानता सी भी ये पॉसीबल नहीं। ये कथा लिखण तो बाद उन्हें लिखिया, अखीर उहदा भी काल आया। तो सतगुरु महाराज ने मुबारक बाणी विच फरमाया, कहने लगे भी साडियां इच्छावां दा सदा टकराव आपस विच हुंदा। साडी किसे नाल विगड़दी क्यों, जदों साडियां इच्छावां टकरा जांदियां। ओहदी इच्छा भी मैं आ काम करा, मेरी इच्छा भी है मैं करा, टकराव हो गया। मनुख टकराउंदा ही इच्छावां करके। इच्छा के पिछे हौमै खड़ी हुई है। बंदा सोचता है इवें किवें कर जाए, फिर मेरी की रही। बड़ा हो जाए मनुख के अंदर का सॉफ्टवेयर बड़ा गुंझलदार है। ज्यों ज्यों मनुख अपने अंदर उतरता जाएगा, अपने भेत पाउंदा जाएगा, उन्होंने समझ पै जाएगी। इसलिए तो महाराज ने कहा सी अपने आप को खोजिया करो, अपने आप को जानने की कोशिश करिया करो।
ਕੁਝ ਹੈ ਜੋ ਤੁਹਾਨੂੰ ਚਲਾਉਂਦਾ ਹੈ, ਕੁਝ ਹੈ ਜੋ ਤੁਹਾਡੇ ਅੰਦਰ ਐਕਸ਼ਨ ਦਾ ਰਿਐਕਸ਼ਨ ਕਰਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਇੱਥੇ ਕਹਿੰਦੇ ਨੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਧ ਕਰ ਤਲ ਤੱਕ। ਜਿਵੇਂ ਅਸੀਂ ਕਹਿ ਦਿੰਦੇ ਨਾ ਵੀ ਇਹ ਕੰਮ ਤਾਂ ਫਲਾਣੇ ਦੇ ਹੱਥ 'ਚ ਹੈ, ਤੂੰ ਜਿਹਦੇ ਕੋਲ ਤੁਰਿਆ ਫਿਰਦਾ ਇਹਦੇ ਪੱਲੇ ਕੱਖ ਨਹੀਂ, ਇਹ ਤਾਂ ਫਲਾਣੇ ਦੇ ਕੋਲ ਕੰਟਰੋਲ ਹੈ ਇਸ ਚੀਜ਼ ਦਾ। ਚਾਰ ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ ਤੇ ਮੋਖ। ਅਸ਼ਟ ਦਸਾ, ਅਸ਼ਟ 8 ਤੇ ਦਸਾ 10, 18 ਪੁਰਾਣ। ਸਿੱਧ, ਸਿੱਧੀਆਂ। ਨਵ ਨਿਧ 9 ਖਜ਼ਾਨੇ ਕੁਬੇਰ ਦੇ। ਇਹ ਸਭ ਹਵਾਲੇ ਪੁਰਾਣਕ ਹੀ ਦਿੱਤੇ ਨੇ, ਕਿਉਂਕਿ ਬਾਬਾ ਰਵਿਦਾਸ ਸਾਹਿਬ ਇਹਨਾਂ ਕਥਾਵਾਂ ਨੂੰ ਰੋਜ਼ ਹੀ ਆਲੇ ਦੁਆਲੇ ਵਾਪਰਦੀਆਂ ਸੁਣਦੇ ਪੜ੍ਹਦੇ ਹੋਏ ਵੇਖਦੇ ਸਨ। ਕਹਿੰਦੇ ਨਵ ਨਿਧ ਕਰ ਤਲ ਤੱਕ, ਹੱਥ ਦੀ ਤਲੀ ਉੱਤੇ ਨੇ ਉਹਦੇ। ਇਹ ਜਿਨ੍ਹਾਂ ਚੀਜ਼ਾਂ ਤੋਂ ਜ਼ਿਕਰ ਕਰਦਾ ਹੈ ਨਾ, ਇਹ ਸਭ ਕੁਝ ਉਹਦੇ ਹੱਥ ਦੀ ਤਲੀ ਤੇ, ਯਾਨੀ ਕਿ ਜਿਹਨੂੰ ਆਪਾਂ ਕਹਿੰਦੇ ਉਹਦੇ ਖੱਬੇ ਹੱਥ ਦੀ ਖੇਡ ਹੈ, ਉਹਦੇ ਕੰਟਰੋਲ 'ਚ ਹੈ। ਇਹ ਮੁਹਾਵਰੇ ਆਪਾਂ ਵਰਤਦੇ ਹਾਂ ਆਪਣੇ ਕਿਸੇ ਗੱਲ ਨੂੰ ਡਿਫਾਈਨ ਕਰਨ ਵਾਸਤੇ। ਕਹਿੰਦੇ ਨੇ ਤੂੰ ਨਾਮ ਦਾ ਪੱਲਾ ਛੱਡ ਕੇ ਕਰਮ ਕਾਂਡਾਂ ਦੇ ਰਾਹ ਤੇ ਤੁਰਿਆ ਤੇ ਇਹਨਾਂ ਚੀਜ਼ਾਂ ਦੀ ਭਾਲ, ਇਹਨਾਂ ਚੀਜ਼ਾਂ ਦੀ ਵਾਕ ਰਚਨਾ ਵਿੱਚ ਉਲਝਿਆ ਹੋਇਆ ਹੈ। ਪਰ ਚੇਤੇ ਵਿੱਚ ਰੱਖ, ਸਾਰੀ ਕੁਦਰਤ ਨੂੰ ਸਿਰਜਣ ਵਾਲਾ, ਪਾਲਣ ਵਾਲਾ, ਨਾਸ਼ ਕਰਨ ਵਾਲਾ ਇੱਕ ਹੀ ਹੈ, ਤੇ ਉਹ ਹੈ ਅਕਾਲ ਪੁਰਖ ਪਰਮੇਸ਼ਰ ਆਪ, ਜਿਹਦੇ ਨਾਮ ਦਾ ਤੂੰ ਅਹਿਸਾਸ ਨਹੀਂ ਕਰਦਾ। ਫਿਰ ਹੋਰ ਅੱਗੇ ਵਿਆਖਿਆ ਕੀਤੀ, ਫਰਮਾਉਂਦੇ ਨੇ, ਕਹਿਣ ਲੱਗੇ ਨਾਨਾ ਖਿਆਨ। ਖਿਆਨ ਪ੍ਰਸੰਗ ਨੂੰ ਕਹਿੰਦੇ, ਸੰਸਕ੍ਰਿਤ ਦਾ ਸ਼ਬਦ ਹੈ। ਨਾਨਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ। ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਜਿਸ ਵੇਲੇ, ਉਹਦੇ ਵਿੱਚ ਵੀ ਆਉਂਦਾ ਨਾਨਾ ਰੂਪ, ਨਾਨਾ ਜਾ ਕੇ ਰੰਗ, ਨਾਨਾ ਨਹੀਂ ਨਾਨਾ। ਨਾਨਾ ਦਾ ਮਤਲਬ ਹੁੰਦਾ ਬਹੁਤ ਸਾਰੇ, ਬਹੁਤ ਸਾਰੇ। ਨਾਨਾ ਖਿਆਨ, ਖਿਆਨ ਦਾ ਮਤਲਬ ਹੈ ਪ੍ਰਸੰਗ, ਟੌਪਿਕ। ਜਿਹੜੇ ਪੁਰਾਣਾਂ ਦੇ ਵਿੱਚ ਟੌਪਿਕ ਆਉਂਦੇ ਨੇ ਵੱਖਰੇ ਵੱਖਰੇ ਕਥਾਵਾਂ ਦੇ, ਅਨੇਕ ਪ੍ਰਕਾਰ ਦੇ ਪੁਰਾਣਾਂ ਦੀਆਂ ਕਥਾਵਾਂ ਦੇ ਪ੍ਰਸੰਗ। ਪੁਰਾਣ, ਨਾਨਾ ਖਿਆਨ ਪੁਰਾਣ। ਫਿਰ ਅੱਗੇ ਕਿਹਾ ਵੇਦ ਵਿਧ, ਚਾਰ ਵੇਦਾਂ ਦੇ ਵਿੱਚ ਦੱਸੀਆਂ ਹੋਈਆਂ ਵੱਖਰੀਆਂ ਵੱਖਰੀਆਂ ਵਿਧੀਆਂ, ਵੱਖਰੀਆਂ ਵੱਖਰੀਆਂ ਵਿਧੀਆਂ। ਕਿਸੇ ਵੇਦ ਨੇ ਕੋਈ ਵਿਧੀ, ਕਿਉਂਕਿ ਕੋਈ ਵੇਦ ਸਤਯੁਗ ਦਾ ਹੈ, ਕੋਈ ਤ੍ਰੇਤੇ ਦਾ ਹੈ, ਕੋਈ ਦੁਆਪਰ ਦਾ ਹੈ, ਕੋਈ ਕਲਯੁਗ ਦਾ ਹੈ। ਚਾਰਾਂ ਵੇਦਾਂ ਦੀ ਥਿਊਰੀ ਵੱਖਰੀ ਵੱਖਰੀ ਹੈ ਤੇ ਉਹਨਾਂ ਦੀਆਂ ਜੁਗਤਾਂ ਵੱਖਰੀਆਂ। ਕੋਈ ਗਿਆਨ ਨੂੰ ਪ੍ਰਧਾਨਤਾ ਦਿੰਦਾ ਹੈ, ਕੋਈ ਕਰਮ ਕਾਂਡ ਨੂੰ ਪ੍ਰਧਾਨਤਾ ਦਿੰਦਾ ਹੈ, ਕੋਈ ਕਿਸੇ ਚੀਜ਼ ਨੂੰ, ਕੋਈ ਕਿਸੇ ਨੂੰ। ਤੇ ਨਾਲ ਹੀ ਸ਼ਬਦ ਵਰਤਿਆ 34 ਅੱਖਰ ਮਾਹੀ। 34 ਅੱਖਰ ਦਾ ਮਤਲਬ ਹੁੰਦਾ ਹੈ ਵੀ ਆਪਾਂ ਜਿਹੜੀ ਕੋਈ ਗੱਲ ਕਰਦੇ ਕਿਸੇ ਵੀ ਭਾਸ਼ਾ 'ਚ, ਉਹਦੇ ਅਲਫਾਬੈਟ ਹੁੰਦੇ ਨਾ। ਮੰਨ ਲਓ ਪੰਜਾਬੀ 'ਚ ਕਰਦੇ ਹਾਂ ਤੇ ਪੰਜਾਬੀ ਦੀ ਸਾਡੀ ਵਰਣਮਾਲਾ ਹੈ, ਤੇ ਵਰਣਮਾਲਾ ਦੇ ਵਿੱਚ ਦਾ ਭਾਵ ਹੈ ਵੀ ਅੱਖਰ, ਅੱਖਰਾਂ ਨੂੰ ਜੋੜ ਕੇ ਬਣਿਆ ਸ਼ਬਦ, ਸ਼ਬਦਾਂ ਨੂੰ ਜੋੜ ਕੇ ਬਣਿਆ ਵਾਕ, ਤੇ ਵਾਕਾਂ ਵਿੱਚ ਅਸੀਂ ਗੱਲ ਕਰਦੇ ਹਾਂ। ਇਹ 34 ਅੱਖਰ ਮਾਹੀ ਦਾ ਭਾਵ ਹੈ ਵੀ ਇਹ ਕਈ ਕਿਸਮ ਦੇ ਪੁਰਾਣਾਂ ਦੇ ਪ੍ਰਸੰਗ, ਵੇਦਾਂ ਦੀਆਂ ਵਿਧੀਆਂ, ਇਹ ਸਭ ਕਹਿਣ ਸੁਣਨ ਦੀਆਂ ਗੱਲਾਂ ਨੇ। ਅੱਗੇ ਵਿਆਖਿਆ ਕੀਤੀ ਇਸ ਦੀ, ਵਿਆਸ ਵਿਚਾਰ ਕਹਿਓ ਪਰਮਾਰਥ। ਵਿਆਸ ਦਾ ਭਾਵ ਹੈ ਵੇਦ ਵਿਆਸ, ਰਿਸ਼ੀ ਵੇਦ ਵਿਆਸ, ਪਰਾਸ਼ਰ ਦਾ ਤੇ ਸਤਿਆਵਤੀ ਦਾ ਬੇਟਾ। ਇਸ ਨੂੰ ਬ੍ਰਾਹਮਣੀ ਮਜ਼ਹਬ ਦੇ ਵਿੱਚ ਸੰਗਠਨ 'ਚ ਬਹੁਤ ਵੱਡਾ ਰੁਤਬਾ। ਕਹਿੰਦੇ ਮਹਾਭਾਰਤ ਨੇ ਲਿਖਿਆ। ਇਸ ਨੂੰ ਤ੍ਰੈਕਾਲਦਰਸ਼ੀ ਕਹਿੰਦੇ ਨੇ। ਇਸ ਨੇ ਵੇਦਾਂ ਦੇ ਭਾਗ ਕੀਤੇ ਵੱਖਰੇ ਵੱਖਰੇ, ਵਿਆਕਰਨ ਲਿਖਿਆ। ਵੇਦ ਵਿਆਸ ਬਹੁਤ ਵੱਡਾ ਧੁਰੰਤਰ ਵਿਦਵਾਨ, ਬਹੁਤ ਵੱਡਾ ਵਿਦਵਾਨ। ਪਰ ਕਹਿੰਦੇ ਇੱਕ ਜਗ੍ਹਾ ਤੇ ਜਾ ਕੇ ਇਹਦਾ ਮਨ ਵੀ ਉਚਾਟ ਹੋ ਗਿਆ ਵੀ ਇਹਨਾਂ 'ਚ ਹੈ ਕੀ। ਬੰਦੇ ਦੀ ਜ਼ਿੰਦਗੀ ਦੀ ਸੰਤੁਸ਼ਟੀ ਜਿਹੜੀ ਉਹ ਅੱਖਰਾਂ ਨਾਲ ਖੇਡਣ 'ਚ ਨਹੀਂ, ਸੱਚ ਨੂੰ ਜੀਣ ਵਿੱਚ ਹੈ। ਚੇਤੇ 'ਚ ਰੱਖੋ, ਸੱਚ ਨੂੰ ਜੀਣ ਵਿੱਚ ਹੈ। ਅਸੀਂ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ, ਉੱਥੇ ਵੀ ਹਜ਼ੂਰ ਨੇ ਇਹੀ ਕਿਹਾ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਜੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਣ। ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ।
ਇਹ ਠੀਕ ਹੈ ਵੀ ਤੁਹਾਨੂੰ ਸਮਝਣ ਲਈ ਪਹਿਲਾਂ ਪੜ੍ਹਨਾ ਪੈਣਾ ਹੈ ਜਾਂ ਸੁਣਨਾ ਪੈਣਾ ਹੈ, ਫਿਰ ਵਿਚਾਰਨਾ ਪੈਣਾ ਹੈ, ਫਿਰ ਵਿਚਾਰ ਕੇ ਜੋ ਸਮਝ ਆਉਂਦਾ ਹੈ ਫਿਰ ਅਗਲੀ ਸਟੇਜ ਹੈ ਉਹਨੂੰ ਜੀਣਾ ਪੈਣਾ। ਇਸ ਤਰ੍ਹਾਂ ਹੀ ਹੁੰਦਾ ਨਾ, ਪੜਾਅ ਨੇ ਨਾ ਹਰ ਚੀਜ਼ ਦੇ। ਹੁਣ ਅਸੀਂ ਕਿਸੇ ਨੂੰ ਕਹੀ ਵੀ ਪੜ੍ਹੋ ਹੀ ਨਾ, ਤੇ ਜਿਹਨੇ ਪੜ੍ਹਨਾ ਨਹੀਂ, ਜਿਹਨੇ ਸੁਣਨਾ ਵੀ ਨਹੀਂ, ਉਹ ਸਮਝੇਗਾ ਕਿਵੇਂ? ਤੇ ਜਿਹਦੀ ਸਮਝ ਨਹੀਂ ਆਉਂਦਾ ਉਹ ਜੀਵੇਗਾ ਕਿਵੇਂ? ਤਾਂ ਪਹਿਲੀ ਸਟੇਜ ਹੈ ਪੜ੍ਹਨਾ। ਪਰ ਜੇ ਕੋਈ ਆਖੇ ਵੀ ਪੜ੍ਹਨ ਤੇ ਹੀ ਰੁਕ ਜਾਓ, ਅੱਗੇ ਤੁਹਾਨੂੰ ਵਧਣ ਦੀ ਲੋੜ ਨਹੀਂ, ਤੇ ਉਹ ਵੀ ਬੰਦਾ ਉੱਥੇ ਹੀ ਖੜਾ ਹੈ ਜਿਹੜਾ ਬੰਦਾ ਇਹ ਕਹਿ ਕੇ ਭੁਲੇਖਾ ਖੜਾ ਕਰੇ ਵੀ ਪੜ੍ਹਨ ਦੀ ਕੋਈ ਲੋੜ ਨਹੀਂ, ਤੇ ਜਿਹੜਾ ਕਹਿੰਦਾ ਪੜ੍ਹੋ ਸਮਝਣ ਦੀ ਕੋਈ ਲੋੜ ਨਹੀਂ, ਉਹ ਵੀ ਬੰਦਾ ਤੇ ਉਸ ਬੰਦੇ 'ਚ ਕੋਈ ਫਰਕ ਨਹੀਂ। ਉਹ ਦੋਵੇਂ ਇੱਕ ਹੀ ਜਗ੍ਹਾ ਖੜੇ ਨੇ। ਇੱਕ ਪੜ੍ਹਨ ਵੀ ਨਹੀਂ ਦੇਣਾ ਚਾਹੁੰਦਾ, ਤੇ ਇੱਕ ਕਹਿੰਦਾ ਵੀ ਪੜ੍ਹ ਲਓ, ਸਮਝਣ ਦੀ ਇਹਦੇ ਵਿੱਚ ਕਿਹੜੀ ਗੱਲ ਹੈ, ਕੋਈ ਲੋੜ ਨਹੀਂ ਸਮਝਣ ਦੀ। ਤੇ ਜੇ ਸਮਝ ਨਹੀਂ ਆਏਗਾ, ਵਿਚਾਰ ਨਹੀਂ ਕਰੋਗੇ, ਤੇ ਜੀਵੋਗੇ ਕਿਵੇਂ? ਸਤਿਗੁਰੂ ਨੇ ਬਾਣੀ 'ਚ ਕਿਹਾ, ਪੜ੍ਹਿਆ ਨਾਹੀਂ ਭੇਦ ਬੁਝਿਆ ਪਾਵਾਂ। ਬੁੱਝੋ, ਜਾਣੋ ਵੀ ਉਹਦੇ ਵਿੱਚ ਜੀਵਨ ਦਾ ਕੀ ਰਹੱਸ ਹੈ, ਉਹਦੇ ਵਿੱਚ ਜੀਵਨ ਦਾ ਕੀ ਆਨੰਦ ਹੈ, ਉਸ ਰਾਹ ਨੂੰ ਕਿਵੇਂ ਕਮਾਇਆ ਜਾ ਸਕਦਾ ਹੈ, ਕਿਵੇਂ ਜਾਣਿਆ ਜਾ ਸਕਦਾ ਹੈ, ਕਿਵੇਂ ਜੀਵਿਆ ਜਾ ਸਕਦਾ ਹੈ। ਪਰ ਸਟਾਰਟਿੰਗ ਹੋਏਗੀ ਜਾਂ ਪੜ੍ਹੋਗੇ ਜਾਂ ਸੁਣੋਗੇ, ਫਿਰ ਹੋਏਗੀ ਸਮਝੋ ਤੇ ਵਿਚਾਰੋ, ਤੇ ਫਿਰ ਹੋਏਗੀ ਉਹਨੂੰ ਜੀਵੋ। ਤੋ ਸਤਿਗੁਰੂ ਮਹਾਰਾਜ ਨੇ ਸਾਨੂੰ ਇਸੇ ਕਰਕੇ ਕਿਹਾ ਵੀ ਨਿਤਾ ਪ੍ਰਤ ਗੁਰੂ ਦਾ ਉਪਦੇਸ਼ ਪੜ੍ਹੋ ਸੁਣੋ। ਸਾਰੇ ਸ਼ਬਦ ਹੀ ਵਰਤੇ, ਗਾਵੋ, ਸੁਣੋ, ਪੜ੍ਹੋ, ਨਿਤ ਭਾਈ। ਨਿਤ ਮਤਲਬ ਇਹਨੂੰ ਅਭਿਆਸ ਵਿੱਚ ਲਿਓ, ਰੂਟੀਨ ਵਿੱਚ ਲਿਓ। ਤੇ ਜੇ ਕੋਈ ਗਾਉਣ ਤੇ ਰੁਕ ਜਾਏ ਤਾਂ ਵੀ ਅਧੂਰਾ ਹੈ, ਜੇ ਕੋਈ ਪੜ੍ਹਨ ਤੇ ਰੁਕ ਜਾਏ ਤਾਂ ਵੀ ਅਧੂਰਾ ਹੈ, ਜੇ ਸੁਣਨ ਤੇ ਹੀ ਰੁਕ ਜਾਏ ਵੀ ਕੰਨ ਰਾਸੀ ਬਣਾਉਣਾ ਹੈ ਤੇ ਉਹ ਵੀ ਅਧੂਰਾ ਹੈ। ਅਸਲ ਰਾਹ ਕਿੱਥੋਂ ਹਾਸਲ ਹੋਏਗਾ? ਉਹ ਤਾਂ ਫਿਰ ਭਾਈ ਗੁਰਦਾਸ ਜੀ ਦਾ ਇੱਕ ਕਥਨ ਲਾਗੂ ਹੋ ਜਾਂਦਾ ਨਾ ਸਾਡੇ ਤੇ, ਵੀ ਖਾਂਡ ਖਾਂਡ ਕਹੈ ਜਿਹਬਾ ਨਾ ਸਵਾਦ ਮੀਠੋ ਆਵੈ, ਜਬ ਲਗ ਜੀਭ ਸਵਾਦ ਖਾਂਡ ਨਹੀਂ ਖਾਈਏ। ਤੁਸੀਂ ਖੰਡ ਖੰਡ ਕਹਿਣ ਨਾਲ ਮਿੱਠੇ ਦਾ ਸਵਾਦ ਨਹੀਂ ਮਾਣ ਸਕੋਗੇ ਜਿੰਨਾ ਚਿਰ ਨੂੰ ਤੁਸੀਂ ਆਪਣੀ ਜ਼ਬਾਨ ਤੇ ਨਹੀਂ ਰੱਖਦੇ। ਜ਼ਬਾਨ ਹੀ ਸਵਾਦ ਦਿੰਦੀ ਪਦਾਰਥ। ਤਾਂ ਮੰਗੋਗੇ ਤੇ ਖੰਡ ਕਹਿ ਕੇ ਮੰਗੋਗੇ, ਮੰਗਣਾ ਪਏਗਾ। ਫਿਰ ਉਹਨੂੰ ਅੱਖਾਂ ਨਾਲ ਵੇਖੋਗੇ, ਫਿਰ ਉਹਨੂੰ ਚਮੜੀ ਨਾਲ ਛੂਹੋਗੇ, ਫਿਰ ਉਹਨੂੰ ਤੁਸੀਂ ਖਾਓਗੇ, ਫਿਰ ਉਹ ਤੁਹਾਨੂੰ ਸਵਾਦ ਦੇਵੇਗੀ। ਸਾਰਾ ਪ੍ਰੋਸੈਸ ਪੂਰਾ ਕਰਨਾ ਪਏਗਾ। ਤਾਂ ਪੜ੍ਹਨਾ, ਸੁਣਨਾ, ਗਾਉਣਾ, ਵਿਚਾਰਨਾ, ਜੀਣਾ ਇੱਕ ਮੁਕੰਮਲ ਪੈਕੇਜ ਹੈ, ਪੂਰਾ ਪ੍ਰੋਸੈਸ ਹੈ। ਇਹਦੇ ਹਿੱਸੇ ਨਹੀਂ ਕੀਤੇ ਜਾ ਸਕਦੇ। ਸਟੈਪ ਬਾਈ ਸਟੈਪ ਇਹ ਸਾਰੀ ਦੀ ਸਾਰੀ ਮੰਜ਼ਿਲ ਤੈਅ ਹੋਏਗੀ। ਤਾਂ ਗੁਰੂ ਪਾਤਸ਼ਾਹ ਜੀ ਇਸੇ ਕਰਕੇ ਆਖਦੇ ਨੇ, ਕਹਿੰਦੇ ਨੇ ਪਰਮਾਰਥ। ਪਰਮਾਰਥ ਦਾ ਮਤਲਬ ਹੈ ਪਰਮ ਅਰਥ, ਸਭ ਤੋਂ ਉੱਚੀ ਅਵਸਥਾ। ਕਹਿੰਦੇ ਵਿਆਸ ਦੀ ਕਥਾ ਪੜ੍ਹ ਕੇ ਵੇਖ ਲਓ, ਨਿਚੋੜ ਹੀ ਨਿਕਲੇਗਾ ਤੁਹਾਡੇ ਕੋਲ, ਰਾਮ ਨਾਮ ਸਰਨਾਹੀ। ਪਰਮੇਸ਼ਰ ਦੇ ਨਾਮ ਤੁੱਲ ਹੋਰ ਕੋਈ ਉੱਚਾ ਜੀਵਨ ਹੈ ਹੀ ਨਹੀਂ। ਜਿੱਥੇ ਬੰਦਾ ਜਾ ਕੇ, ਜਿਸ ਨੂੰ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਵਾਕਾਂ ਰਾਹੀਂ ਪੜ੍ਹਦੇ ਹਾਂ, ਜਿਨ ਇੱਛਾ ਸਭ ਪੁਜਾਈਆਂ, ਇੱਛਾ ਸਭ ਪੁਜਾਈਆਂ, ਮੁਕੰਮਲ ਹੋ ਗਿਆ। ਜਿਸ ਨੂੰ ਬਾਣੀ 'ਚ ਲਿਖਿਆ ਹੈ, ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ। ਫਿਰ ਅੱਗੇ ਕੀ ਲਿਖਿਆ? ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚੇਤਨ ਆਵੇ। ਕਹਿੰਦੇ ਉਹਨੂੰ ਖਿਆਲ ਹੀ ਨਹੀਂ ਵੀ ਕੀ ਮੰਗਾ। ਜੇ ਮੈਂ ਆਹ ਚੀਜ਼ ਮੰਗਦਾ ਤੇ ਇਸ ਇਹਦੋਂ ਅੱਗੇ ਵੀ ਮੰਗਾਂਗਾ। ਇਹ ਠੀਕ ਹੈ ਵੀ ਮੇਰੀਆਂ ਲੋੜਾਂ ਨੇ, ਇਹ ਠੀਕ ਹੈ ਵੀ ਬੰਦੇ ਨੂੰ ਮਿਲਦਾ ਵੀ ਜਾਂਦਾ ਹੈ ਤੇ ਬੰਦਾ ਚਾਹੁੰਦਾ ਵੀ ਹੈ ਵੀ ਮਿਲੇ। ਪਰ ਜੇ ਕਿਤੇ ਨਾ ਹੋਵੇ ਐਸਾ ਜੋ ਮੈਂ ਸੋਚਿਆ, ਕੋਈ ਤਕਲੀਫ ਵਾਲੀ ਗੱਲ ਵੀ ਨਹੀਂ, ਠੀਕ ਹੈ। ਤਾਂ ਪਾਤਸ਼ਾਹ ਜੀ ਬਾਣੀ ਦੇ ਵਿੱਚ ਅਖੀਰ ਦੇ ਵਾਕ ਵਿੱਚ ਫਰਮਾਉਂਦੇ ਨੇ, ਸਹਿਜ ਸਮਾਧ। ਸਹਿਜ ਦਾ ਮਤਲਬ ਹੈ ਟਿਕਾਓ, ਸਮਾਧ ਦਾ ਮਤਲਬ ਹੈ ਅਟੰਕ। ਉਹ ਟਿਕਾਓ ਜਿਹੜਾ ਸਦਾ ਬਣਿਆ ਰਹੇ, ਜਿਹਦੇ ਵਿੱਚ ਖਲਲ ਨਾ ਪਵੇ। ਉਹ ਟਿਕਾਓ ਜਿਸ ਨੂੰ ਕੋਈ ਭੰਗ ਨਹੀਂ ਕਰ ਸਕਦਾ, ਡਿਸਟਰਬ ਨਹੀਂ ਕਰ ਸਕਦਾ। ਐਸਾ ਟਿਕਾਓ ਉਹ ਸੁਰਤ ਦਾ ਹੀ ਹੋ ਸਕਦਾ। ਸਹਿਜ ਸਮਾਧ, ਉਪਾਦ ਰਹਿਤ। ਉਪਾਦ ਕਲੇਸ਼ ਨੂੰ ਕਹਿੰਦੇ ਨੇ। ਕਲੇਸ਼ਾਂ ਤੋਂ ਰਹਿਤ ਮਾਨਸਿਕ ਅਵਸਥਾ ਹੋਵੇ, ਜਿੱਥੇ ਅੰਦਰ ਕਿਸੇ ਕਿਸਮ ਦਾ ਕਲੇਸ਼ ਨਾ ਚੱਲਦਾ ਹੋਵੇ। ਬਾਹਰ ਤੇ ਚੱਲਦੇ ਹੀ ਨੇ, ਪਰ ਉਹ ਕਲੇਸ਼ ਤੁਹਾਡੇ ਅੰਦਰ ਥਾਂ ਨਾ ਪਾ ਲਵੇ।
ਉਹ ਤੁਹਾਡੀ ਸੁਰਤ ਵਿੱਚ ਨਾ ਆ ਕੇ ਬਹਿ ਜਾਏ। ਸਹਿਜ ਸਮਾਦ ਉਪਾਦ ਰਹਿਤ ਫੁਨ, ਵੱਡੇ ਭਾਗ ਲਿਵ ਲਾਗੀ। ਵੱਡੇ ਭਾਗਾਂ ਨਾਲ, ਉਜਲੀ ਸੁਰਤ ਨਾਲ ਜਿਨ੍ਹਾਂ ਦੀ ਲੇਵ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਲੱਗ ਜਾਂਦੀ ਹੈ, ਹਜ਼ੂਰ ਕਹਿੰਦੇ ਨੇ ਕਹਿ ਰਵਿਦਾਸ ਪ੍ਰਗਾਸ ਹਿਰਦੈ ਧਾਰ। ਹੀ ਰਵਿਦਾਸ ਆਖ, ਉਹਨਾਂ ਦੇ ਹਿਰਦੇ ਵਿੱਚ ਗੁਰੂ ਦੇ ਉਪਦੇਸ਼ ਦਾ, ਪਰਮੇਸ਼ਰ ਦੇ ਗੁਣਾਂ ਦਾ ਚਾਨਣ ਟਿਕ ਜਾਂਦਾ ਹੈ। ਪ੍ਰਕਾਸ਼ ਮਤਲਬ ਚਾਨਣ। ਜਨਮ ਮਰਨ ਪੈ ਭਾਗੀ, ਉਹਨਾਂ ਦਾ ਆਵਾਗਮਨ ਦਾ, ਭਟਕਣਾ ਦਾ ਗੇੜ, ਆਤਮਕ ਮਾਨਸਿਕ ਹਰ ਕਿਸਮ ਦੀ ਭਟਕਣਾ ਉਹਨਾਂ ਦੀ ਮਿਟ ਜਾਂਦੀ ਹੈ। ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਸਹਿ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦੇ ਵਿੱਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।